हाँ जी दोस्तों, स्वागत है ਤੁਹਾਡੇ ਆਪਣੇ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਆਫੀਸ਼ੀਅਲ YouTube ਚੈਨਲ ਤੇ। ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੀ ਕਲਾਸ 16 ਸ਼ੁਰੂ ਕਰਨ ਜਾ ਰਹੇ ਹਾਂ। ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਟੌਪਿਕ ਨੂੰ ਕਵਰ ਕਰਾਂਗੇ। ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਸ ਦੀ ਥਿਊਰੀ ਨੂੰ ਕਵਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ ਲੜਾਈਆਂ ਲੜੀਆਂ ਨੇ, ਕਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ। ਜੇਕਰ ਤੁਹਾਨੂੰ ਇਸ ਦੀ ਥਿਊਰੀ ਹੀ ਨਹੀਂ ਕਲੀਅਰ ਹੋਵੇਗੀ ਤਾਂ ਤੁਸੀਂ ਇਸ ਦੇ MCQs ਕੁਐਸਚਨਸ ਕਵਰ ਨਹੀਂ ਕਰ ਸਕਦੇ। ਤਾਂ ਇਸ ਲਈ ਆਪਾਂ ਪਹਿਲਾਂ ਕੀ ਕਰਦੇ ਹਾਂ, ਤਾਂ ਇਸ ਲਈ ਆਪਾਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਿਲੇਟਡ ਜਿੰਨੀ ਵੀ ਥਿਊਰੀ ਬਣਦੀ ਹੈ ਆਪਾਂ ਉਸ ਨੂੰ ਕਵਰ ਕਰਾਂਗੇ। ਅਤੇ ਦੋਸਤੋ ਇਸ ਸਾਰੀ ਕਲਾਸ ਦਾ ਫ੍ਰੀ ਆਫ ਕੋਸਟ PDF ਲੈਣ ਲਈ ਤੁਸੀਂ ਮੇਰੇ WhatsApp ਗਰੁੱਪ ਜਾਂ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ। ਤਾਂ ਅੱਜ ਦਾ ਟੌਪਿਕ ਹੈ ਆਪਣਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਠੀਕ ਹੈ, ਤਾਂ ਜੇਕਰ ਗੱਲ ਕੀਤੀ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ, ਤਾਂ ਉਹਨਾਂ ਦਾ ਜਨਮ ਕਦੋਂ ਹੋਇਆ ਸੀ? ਤਾਂ ਉਹਨਾਂ ਦਾ ਜਨਮ ਹੋਇਆ ਸੀ 22 ਦਸੰਬਰ 1666 ਨੂੰ। 22 ਦਸੰਬਰ 1666 ਨੂੰ ਪਟਨਾ ਬਿਹਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਠੀਕ ਹੈ, 22 ਦਸੰਬਰ 1666 ਨੂੰ ਪਟਨਾ ਬਿਹਾਰ ਦੇ ਵਿੱਚ ਕੀ ਸੀ, ਉਹਨਾਂ ਦਾ ਜਨਮ ਹੋਇਆ ਸੀ। ਤਾਂ ਇਹ ਤਰੀਕ ਤੁਸੀਂ ਯਾਦ ਰੱਖਣੀ, ਐਗਜ਼ਾਮ ਦੇ ਵਿੱਚ ਕਾਫੀ ਵਾਰ ਦੇਖਣ ਨੂੰ ਮਿਲੀ ਇਹ। ਠੀਕ ਹੈ, ਉਹਨਾਂ ਦੇ ਮਾਤਾ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਦਾ ਨਾਮ ਸੀ ਮਾਤਾ ਗੁਜਰੀ ਜੀ। ਮਾਤਾ ਗੁਜਰੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਪਿਤਾ ਦਾ ਨਾਮ ਸੀ। ਠੀਕ ਹੈ, ਸਿੱਖਾਂ ਦੇ ਕਿੰਨਵੇਂ ਗੁਰੂ ਸੀ? 9ਵੇਂ ਗੁਰੂ ਸੀ ਸਿੱਖਾਂ ਦੇ। ਠੀਕ ਹੈ, ਸ਼੍ਰੀ ਗੁਰੂ ਤੇਗ ਬਹਾਦਰ ਸੀ ਤੇ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਸੀ। ਠੀਕ ਹੈ, ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਨਾਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਬਚਪਨ ਦਾ ਨਾਮ ਸੀ, ਉਹਨਾਂ ਨੂੰ ਦੋ ਨਾਮਾਂ ਨਾਲ ਜਾਣਿਆ ਜਾਂਦਾ ਸੀ, ਤਾਂ ਗੋਬਿੰਦ ਰਾਏ ਤੇ ਗੋਬਿੰਦ ਦਾਸ। ਤਾਂ ਤੁਸੀਂ ਇਹ ਦੋਨੋਂ ਨੋਟ ਡਾਊਨ ਕਰ ਲੈਣੇ ਨੇ। ਐਗਜ਼ਾਮ ਦੇ ਵਿੱਚ ਜਿਸ ਤਰੀਕੇ ਦਾ ਨਾਮ ਹੈ ਤੁਸੀਂ ਉਸ ਤਰੀਕੇ ਦਾ ਆਨਸਰ ਦੇ ਸਕਦੇ ਹੋ। ਉਹਨਾਂ ਦੀ ਪਤਨੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ 3 ਪਤਨੀਆਂ ਸੀ, ਮਾਤਾ ਜਿੱਤੋ, ਮਾਤਾ ਸੁੰਦਰੀ ਐਂਡ ਮਾਤਾ ਸਾਹਿਬ ਕੌਰ। ਤਾਂ ਤੁਸੀਂ ਇਹ ਵੀ ਤਿੰਨੋਂ ਯਾਦ ਰੱਖਣੀਆਂ ਨੇ। ਠੀਕ ਹੈ, ਮਾਤਾ ਜਿੱਤੋ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ। ਅੱਗੇ ਬੱਚਿਆਂ ਦੀ ਗੱਲ ਕਰੇ ਤਾਂ ਉਹਨਾਂ ਦੇ 4 ਪੁੱਤਰ ਸੀ, ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ। ਅਜੀਤ, ਜ਼ੋਰਾਵਰ ਤੇ ਫਤਿਹ ਸਿੰਘ। ਤਾਂ ਤੁਸੀਂ ਇਹ ਚਾਰੋਂ ਯਾਦ ਰੱਖਣੇ ਨੇ। ਅੱਗੇ ਜਦੋਂ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ, ਜੇਕਰ ਉਹਨਾਂ ਨੇ ਜਿਹੜੀ ਕੁਸ਼ਤੀ ਸੀ, ਘੋੜ ਸਵਾਰੀ ਸੀ ਜਾਂ ਹਥਿਆਰ ਚਲਾਉਣਾ ਸੀ, ਉਹ ਕਿਸ ਤੋਂ ਸਿੱਖੇ ਸੀ, ਜਾਂ ਉਹਨਾਂ ਨੇ ਜਿਹੜੀ ਸੰਸਕ੍ਰਿਤ ਭਾਸ਼ਾ ਸੀ ਉਹ ਕਿਹਨਾਂ ਤੋਂ ਸਿੱਖੀ ਸੀ। ਐਗਜ਼ਾਮ ਦੇ ਵਿੱਚ ਇਹਨਾਂ ਦੇ ਰਿਲੇਟਡ ਵੀ ਕੁਐਸਚਨ ਪੁੱਛ ਸਕਦੇ ਨੇ। ਤਾਂ ਉਹਨਾਂ ਦੇ ਅਧਿਆਪਕਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਬਜਰ ਸਿੰਘ ਰਾਠੌਰ ਸੀ, ਬਜਰ ਸਿੰਘ ਰਾਠੌਰ, ਤਾਂ ਉਹਨਾਂ ਨੇ ਕੀ ਸੀ, ਕੁਸ਼ਤੀ, ਘੋੜਸਵਾਰੀ ਅਤੇ ਹਥਿਆਰ ਚਲਾਉਣਾ ਸਿਖਾਇਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ। ਠੀਕ ਹੈ, ਬਜਰ ਸਿੰਘ ਰਾਠੌਰ ਨੇ। ਤੇ ਪੀਰ ਮੁਹੰਮਦ ਨੇ ਕੀ ਸਿਖਾਇਆ ਸੀ? ਪੀਰ ਮੁਹੰਮਦ ਨੇ ਫਾਰਸੀ ਭਾਸ਼ਾ ਸਿਖਾਈ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ। ਠੀਕ ਹੈ, ਤੇ ਸਾਹਿਬ ਚੰਦ ਨੇ ਗੁਰਮੁਖੀ ਭਾਸ਼ਾ, ਪੰਡਿਤ ਜਰਜਸ ਨੇ ਸੰਸਕ੍ਰਿਤ ਭਾਸ਼ਾ। ਠੀਕ ਹੈ, ਤਾਂ ਤੁਸੀਂ ਇਹ ਚਾਰੋਂ ਦੇ ਚਾਰੋਂ ਨਾਮ ਯਾਦ ਰੱਖਣੇ ਨੇ, ਐਗਜ਼ਾਮ ਦੇ ਲਈ ਕਾਫੀ ਵਾਰ ਪੁੱਛੇ ਗਏ ਨੇ। ਠੀਕ ਹੈ, ਤਾਂ ਉਹਨਾਂ ਨੇ ਕੀ ਕਿਸ ਤੋਂ ਸਿੱਖਿਆ ਸੀ, ਤਾਂ ਤੁਸੀਂ ਇਹ ਚਾਰੋਂ ਨੋਟ ਡਾਊਨ ਕਰ ਲੈਣੇ ਨੇ। ਠੀਕ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਹੜੇ ਬਚਪਨ ਦੇ ਜਿਹੜੇ 6 ਸਾਲ ਸੀ, ਬਚਪਨ ਦੇ 6 ਸਾਲ ਸੀ ਉਹ ਕਿੱਥੇ ਬਿਤਾਏ ਸੀ? ਤਾਂ ਉਹਨਾਂ ਨੇ ਮਾਮਾ ਕਿਰਪਾਲ ਚੰਦ ਦੇ ਕੋਲ, ਮਾਮਾ ਕਿਰਪਾਲ ਚੰਦ ਦੇ ਕੋਲ ਪਟਨਾ ਦੇ ਵਿੱਚ ਬਿਤਾਏ ਸੀ ਆਪਣੇ ਬਚਪਨ ਦੇ 6 ਸਾਲ। ਠੀਕ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਦੋਂ 9ਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਸੀ? ਉਹ ਕਿਉਂ ਸ਼ਹੀਦ ਹੋਏ ਸੀ? ਤਾਂ ਜਦੋਂ ਔਰੰਗਜ਼ੇਬ ਦਾ ਜ਼ੁਲਮ ਕਾਫੀ ਹੱਦ ਤੱਕ ਵੱਧ ਗਿਆ ਸੀ, ਉਹ ਜਿਹੜੇ ਹਿੰਦੂ ਲੋਕ ਸੀ ਉਹਨਾਂ ਜਿਹੜੇ ਮੁਸਲਮਾਨ ਲੋਕ ਸੀ ਉਹਨਾਂ ਹਿੰਦੂ ਲੋਕ ਸੀ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਜਿਸ ਦੇ ਕਾਰਨ ਗੁਰੂ ਤੇਗ ਬਹਾਦਰ ਜੀ ਨੇ ਇਸ ਸਾਰੇ ਜ਼ੁਲਮ ਨੂੰ ਰੋਕਣ ਦੇ ਲਈ ਆਪਣੀ ਸ਼ਹੀਦੀ ਦੇ ਦਿੱਤੀ ਸੀ। ਠੀਕ ਹੈ, ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ? ਤਾਂ ਉਸ ਟਾਈਮ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸੀ 9 ਸਾਲ ਦੀ। ਠੀਕ ਹੈ, ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਜਿਹੜੀ ਗੁਰਗੱਦੀ ਸੀ ਉਹ ਕਦੋਂ ਮਿਲੀ ਸੀ? ਐਗਜ਼ਾਮ ਦੇ ਵਿੱਚ ਕਾਫੀ ਵਾਰ ਪੁੱਛਿਆ ਗਿਆ ਕੁਐਸਚਨ ਨੇ। ਤਾਂ 11 ਨਵੰਬਰ 1675 ਨੂੰ, 11 ਨਵੰਬਰ 1675 ਨੂੰ ਕੀ ਸੀ, ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਮਿਲੀ ਸੀ। ਠੀਕ ਹੈ, ਉਸ ਟਾਈਮ ਜਿਹੜੇ ਸਮਕਾਲੀ ਮੁਗਲ ਸ਼ਾਸਕ ਸੀ ਉਹ ਔਰੰਗਜ਼ੇਬ ਸੀ। ਠੀਕ ਹੈ, ਔਰੰਗਜ਼ੇਬ ਦੇ ਸਮੇਂ ਹੀ ਉਹਨਾਂ ਨੂੰ ਗੁਰਗੱਦੀ ਮਿਲ ਗਈ ਸੀ। ਠੀਕ ਹੈ, ਹੁਣ ਗੱਲ ਕਰਦੇ ਆਪਾਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਕਾਲ ਦੀ। ਤਾਂ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਜੀਵਨ ਕਾਲ ਹੈ ਉਸ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਠੀਕ ਹੈ, ਪਹਿਲਾ ਭਾਗ ਸੀ ਪੂਰਵ ਖਾਲਸਾ ਕਾਲ। ਪੂਰਵ ਖਾਲਸਾ ਕਾਲ ਮਤਲਬ ਕਿ ਖਾਲਸਾ ਕਾਲ ਤੋਂ ਪਹਿਲਾਂ, ਜਦੋਂ ਖਾਲਸਾ ਦੀ ਸਥਾਪਨਾ ਹੋਈ ਸੀ 1699 ਦੇ ਵਿੱਚ, ਉਸ ਤੋਂ ਪਹਿਲਾਂ ਦਾ ਕਾਲ। ਠੀਕ ਹੈ, ਉਸ ਤੋਂ ਪਹਿਲਾਂ ਦਾ ਕਾਲ ਕਦੋਂ ਤੋਂ ਕਦੋਂ ਤੱਕ ਸੀ? 1675 ਉਹਨਾਂ ਨੂੰ ਗੁਰਗੱਦੀ ਮਿਲੀ ਸੀ ਤੇ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਤਾਂ ਇਹਨਾਂ ਦੇ ਵਿਚਕਾਰ ਜਿਹੜਾ ਸਮਾਂ ਰਹਿ ਗਿਆ 1675 ਤੋਂ 1699 ਦੇ ਵਿਚਕਾਰ, ਉਸ ਨੂੰ ਆਪਾਂ ਕਹਿ ਦਿੰਦੇ ਹਾਂ ਪੂਰਵ ਖਾਲਸਾ ਕਾਲ। ਠੀਕ ਹੈ, ਤੇ ਦੂਸਰਾ ਸੀ ਖਾਲਸਾ ਕਾਲ ਤੋਂ ਬਾਅਦ, ਮਤਲਬ ਕਿ ਜਦੋਂ ਖਾਲਸਾ ਦੀ ਸਥਾਪਨਾ ਹੋ ਜਾਂਦੀ ਹੈ ਤਾਂ 1699 ਤੋਂ ਲੈ ਕੇ 1708 ਈਸਵੀ ਤੱਕ। ਠੀਕ ਹੈ, ਤਾਂ ਇਸ ਨੂੰ ਆਪਾਂ 2 ਭਾਗਾਂ ਦੇ ਵਿੱਚ ਡਿਵਾਈਡ ਕਰਕੇ ਪੜਾਂਗੇ ਕਿ ਪੂਰਵ ਖਾਲਸਾ ਕਾਲ ਤੋਂ ਪਹਿਲਾਂ ਕੀ ਹੋਇਆ ਸੀ ਤੇ ਉਸ ਤੋਂ ਬਾਅਦ ਕਿਹੜੀਆਂ ਲੜਾਈਆਂ ਲੜੀਆਂ ਗਈਆਂ ਸੀ। ਠੀਕ ਹੈ, ਪਹਿਲਾਂ ਆਪਾਂ ਦੇਖਦੇ ਹਾਂ ਪੂਰਵ ਖਾਲਸਾ ਕਾਲ। ਤਾਂ ਪੂਰਵ ਖਾਲਸਾ ਕਾਲ ਦੀ ਗੱਲ ਕੀਤੀ ਜਾਵੇ
ਤਾਂ ਸਭ ਤੋਂ ਪਹਿਲਾਂ ਅਨੰਦਪੁਰ ਸਾਹਿਬ ਆਉਣ ਤੋਂ ਪਹਿਲਾਂ ਪਾਉਂਟਾ ਸਾਹਿਬ ਤੱਕ, ਤਾਂ ਜਦੋਂ ਅਨੰਦਪੁਰ ਸਾਹਿਬ ਆਏ ਸੀ ਤੇ ਪਾਉਂਟਾ ਸਾਹਿਬ ਤੱਕ ਪਹੁੰਚੇ ਸੀ ਤਾਂ ਉਸ ਟਾਈਮ ਕੀ ਹੋਇਆ ਸੀ। ਤਾਂ ਗੁਰੂ ਜੀ ਨੇ ਕੀ ਕੀਤਾ, ਗੁਰੂ ਜੀ ਨੇ ਸਿੱਖਾਂ ਨੂੰ ਘੋੜੇ, 2 ਪੁੱਤਰ ਅਤੇ ਹਥਿਆਰ ਭੇਟ ਕਰਨ ਲਈ ਕਿਹਾ ਤੇ ਇੱਕ ਮਜ਼ਬੂਤ ਫੌਜ ਤਿਆਰ ਕੀਤੀ ਜਾ ਸਕੇ। ਮਤਲਬ ਕਿ ਗੁਰੂ ਜੀ ਨੂੰ ਪਹਿਲੀ ਆਭਾਸ ਹੋ ਚੁੱਕਿਆ ਸੀ ਕਿ ਅੱਗੇ ਯੁੱਧ ਜਾਂ ਜੰਗ ਲੱਗਣੇ ਸ਼ੁਰੂ ਹੋਣਗੇ, ਇਸ ਲਈ ਉਹਨਾਂ ਨੇ ਪਹਿਲਾਂ ਹੀ ਕੀ ਕਰ ਦਿੱਤਾ, ਫੌਜ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਜਿੰਨੇ ਵੀ ਸਿੱਖ ਸ਼ਰਧਾਲੂ ਸੀ ਉਹਨਾਂ ਨੂੰ ਕੀ ਕਿਹਾ ਕਿ ਉਹ ਆਪਣੇ ਘੋੜੇ, ਜੇਕਰ ਕਿਸੇ ਦੇ ਕੋਲ 3 ਜਾਂ 4 ਪੁੱਤਰ, ਆਪਣੇ 2 ਪੁੱਤਰ ਤੇ ਹਥਿਆਰ ਭੇਟ ਕਰਨ ਲਈ ਕਿਹਾ ਕਿ ਤਾਂ ਜੋ ਇੱਕ ਮਜ਼ਬੂਤ ਫੌਜ ਤਿਆਰ ਹੋ ਸਕੇ। ਠੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਜੀ ਦੇ ਵਾਂਗੂ ਸ਼ਾਹੀ ਚਿੰਨ੍ਹ ਧਾਰਨ ਕਰਨੇ ਸ਼ੁਰੂ ਕੀਤੇ। ਠੀਕ ਹੈ। ਤੁਸੀਂ ਇੱਕ ਕਮੈਂਟ ਦੇ ਵਿੱਚ ਮੈਨੂੰ ਆਨਸਰ ਜ਼ਰੂਰ ਦਿਓ ਕਿ ਉਹਨਾਂ ਜਿਹੜੇ ਦਾਦਾ ਜੀ ਸੀ ਉਹਨਾਂ ਦਾ ਨਾਮ ਕੀ ਸੀ। ਠੀਕ ਹੈ। ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਸ ਦਾ ਆਨਸਰ ਜ਼ਰੂਰ ਦਿਓ। ਠੀਕ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ, ਆਪਣੇ ਦਾਦਾ ਜੀ ਦੇ ਵਾਂਗੂ ਸ਼ਾਹੀ ਚਿੰਨ੍ਹ ਧਾਰਨੇ ਸ਼ੁਰੂ ਕਰ ਦਿੱਤੇ ਸੀ, ਜਿਵੇਂ ਕਲਗੀ ਹੋ ਗਿਆ, ਸਿੰਘਾਸਨ ਹੋ ਗਿਆ। ਠੀਕ ਹੈ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਜਿਹੜੀਆਂ ਸੈਨਿਕ ਗਤੀਵਿਧੀਆਂ ਕਰ ਰਹੇ ਸੀ, ਫੌਜ ਦੀ ਤਿਆਰੀ ਕਰ ਰਹੇ ਸੀ, ਤਾਂ ਜਿਹੜੇ ਉੱਥੋਂ ਦਾ ਰਾਜਾ ਸੀ ਭੀਮ ਚੰਦ, ਠੀਕ ਹੈ, ਭੀਮ ਚੰਦ ਉੱਥੋਂ ਦਾ ਰਾਜਾ ਸੀ, ਉਹ ਕੀ ਸੀ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਈਰਖਾ ਕਰਨ ਲੱਗ ਪਿਆ ਸੀ। ਠੀਕ ਹੈ। ਉਸ ਨੂੰ ਡਰ ਲੱਗ ਗਿਆ ਕਿ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਤਿਆਰ ਹੋਈ ਸੀ। ਠੀਕ ਹੈ। ਤੇ ਜਿਹੜਾ ਭੀਮ ਚੰਦ ਸੀ ਉਹ ਕੌਣ ਸੀ, ਤਾਂ ਉਹ ਸੀ ਅਨੰਦਪੁਰ ਰਿਆਸਤ। ਅਨੰਦਪੁਰ ਰਿਆਸਤ ਕੋਹਿਨੂਰ ਵਿੱਚ ਪੈਂਦੀ ਸੀ। ਮਤਲਬ ਕਿ ਜਿਹੜਾ ਕੋਹਿਨੂਰ ਸੀ, ਅਨੰਦਪੁਰ ਰਿਆਸਤ ਦਾ ਰਾਜ ਸੀ ਇੱਕ ਕੋਹਿਨੂਰ, ਉੱਥੋਂ ਦਾ ਕੀ ਸੀ, ਰਾਜਾ ਸੀ ਉਹ। ਮਤਲਬ ਜੇ ਅਨੰਦਪੁਰ ਸਾਹਿਬ ਕਹਿ ਲਓ ਚਾਹੇ ਕੋਹਿਨੂਰ ਕਹਿ ਲਓ, ਤਾਂ ਉਹ ਕੀ ਸੀ, ਅਨੰਦਪੁਰ ਸਾਹਿਬ ਦਾ ਰਾਜਾ ਸੀ। ਅਤੇ ਜਿਸ ਦੀ ਰਾਜਧਾਨੀ ਕਿਹੜੀ ਸੀ, ਐਗਜ਼ਾਮ ਦੇ ਵਿੱਚ ਪੁੱਛ ਸਕਦੇ ਹਾਂ, ਕੋਹਿਨੂਰ ਦੀ ਰਾਜਧਾਨੀ ਕਿਹੜੀ ਸੀ, ਬਿਲਾਸਪੁਰ। ਠੀਕ ਹੈ। ਬਿਲਾਸਪੁਰ ਰਾਜਧਾਨੀ ਸੀ। ਠੀਕ ਹੈ। ਤਾਂ ਤੁਸੀਂ ਇਹ ਵੀ ਯਾਦ ਰੱਖਣਾ ਹੈ। ਠੀਕ ਹੈ। ਤਾਂ ਉਸ ਦੀ ਫੌਜ ਨੂੰ ਦੇਖ ਕੇ ਭੀਮ ਚੰਦ ਕੀ ਸੀ, ਉਹ ਘਬਰਾ ਗਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਈਰਖਾ ਕਰਨ ਲੱਗ ਗਿਆ ਸੀ। ਇਸ ਸਮੇਂ ਕੀ ਸੀ, ਸਿਰਮੌਰ ਸੀ ਜਿਹੜਾ, ਉਹ ਹਿਮਾਚਲ ਦਾ ਰਾਜਾ ਸੀ ਸਿਰਮੌਰ। ਉਹ ਮੇਦਨੀ ਪ੍ਰਕਾਸ਼ ਗੁਰੂ ਜੀ ਨੂੰ ਨਾਹਨ ਆਉਣ ਦਾ ਸੱਦਾ ਦਿੰਦਾ ਹੈ। ਠੀਕ ਹੈ। ਮੇਦਨੀ ਪ੍ਰਕਾਸ਼ ਗੁਰੂ ਜੀ ਨੂੰ ਨਾਹਨ ਆਉਣ ਦਾ ਸੱਦਾ ਦਿੰਦਾ ਹੈ। ਠੀਕ ਹੈ। ਨਾਹਨ ਕਿਹੜਾ ਸੀ, ਉਹ ਸਿਰਮੌਰ ਸਿਆਸਤ ਦੀ ਰਾਜਧਾਨੀ ਸੀ। ਜਿਹੜਾ ਸਿਰਮੌਰ ਨਾਹਨ ਸ਼ਹਿਰ ਸੀ ਇੱਕ ਤਰ੍ਹਾਂ ਦਾ, ਉਹ ਕੀ ਸੀ, ਉਹ ਸਿਰਮੌਰ ਰਿਆਸਤ ਦੀ ਰਾਜਧਾਨੀ ਸੀ। ਠੀਕ ਹੈ। ਜਿਹੜਾ ਉੱਥੋਂ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਉਹ ਗੁਰੂ ਜੀ ਨੂੰ ਕੀ ਕਰਦਾ ਹੈ, ਸੱਦਾ ਦਿੰਦਾ ਹੈ ਨਾਹਨ ਆਉਣ ਦੇ ਲਈ। ਤਾਂ ਉਸ ਤੋਂ ਬਾਅਦ ਕੀ ਹੈ, ਗੁਰੂ ਗੋਬਿੰਦ ਸਿੰਘ ਜੀ ਜਦੋਂ ਇਹ ਸੱਦਾ ਸਵੀਕਾਰ ਕਰ ਲੈਂਦਾ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਕੀ ਕਰਦੇ, ਅਨੰਦਪੁਰ ਸਾਹਿਬ ਤੋਂ ਨਾਹਨ ਨੂੰ ਚਲਾ ਜਾਂਦਾ ਹੈ। ਠੀਕ ਹੈ। ਨਾਹਨ ਲਈ ਤੁਰ ਜਾਂਦੇ ਨੇ। ਉੱਥੇ ਮੇਦਨੀ ਪ੍ਰਕਾਸ਼ ਨੇ ਯਮੁਨਾ ਦੇ ਕਿਨਾਰੇ ਕੀ ਸੀ, ਉਹਨਾਂ ਨੂੰ ਇੱਕ ਸਥਾਨ ਦੀ ਪੇਸ਼ਕਸ਼ ਕੀਤੀ, ਕਿ ਮਤਲਬ ਕਿ ਇੱਕ ਜਗ੍ਹਾ ਦੀ ਭੇਟ ਕੀਤੀ, ਇੱਕ ਸਥਾਨ ਦੀ ਭੇਟ ਕੀਤੀ। ਤਾਂ ਗੁਰੂ ਜੀ ਨੇ ਕੀ ਕੀਤਾ, ਗੁਰੂ ਜੀ ਨੇ ਉਸ ਜਗ੍ਹਾ ਨੂੰ ਪ੍ਰਵਾਨ ਕਰਕੇ ਉੱਥੇ ਇੱਕ ਕਿਲਾ ਤਿਆਰ ਕਰਵਾਇਆ। ਠੀਕ ਹੈ। ਜਿਸ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ, ਪਾਉਂਟਾ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਠੀਕ ਹੈ। ਪਾਉਂਟਾ ਸਾਹਿਬ ਜੇਕਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਜਿਹੜਾ ਪਾਉਂਟਾ ਸਾਹਿਬ ਹੈ ਉਹ ਕਿਹੜੀ ਨਦੀ 'ਤੇ ਸਥਿਤ ਹੈ, ਤਾਂ ਉਹ ਯਮੁਨਾ ਨਦੀ ਦੇ ਕਿਨਾਰੇ 'ਤੇ ਸਥਿਤ ਹੈ। ਠੀਕ ਹੈ। ਇਹ ਕਿਸ ਨੇ ਬਣਵਾਇਆ ਸੀ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਇਆ ਸੀ ਪਾਉਂਟਾ ਸਾਹਿਬ ਯਮੁਨਾ ਨਦੀ ਦੇ ਕਿਨਾਰੇ। ਠੀਕ ਹੈ। ਜਿਸ ਦਾ ਅਰਥ ਕੀ ਸੀ, ਜਿਸ ਦਾ ਅਰਥ ਸੀ ਪੈਰ ਰੱਖਣ ਦੀ ਥਾਂ, ਪਾਉਂਟਾ ਸਾਹਿਬ ਦਾ ਅਰਥ ਸੀ ਪੈਰ ਰੱਖਣ ਦੀ ਥਾਂ। ਤੇ ਅੱਗੇ ਪਾਉਂਟਾ ਸਾਹਿਬ ਵਿੱਚ ਕੀ ਕੀਤਾ, ਗੁਰੂ ਜੀ ਨੇ ਸੈਨਿਕਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਠੀਕ ਹੈ। ਜਿਹੜੀ ਉਹਨਾਂ ਦੀ ਫੌਜ ਤਿਆਰ ਹੋ ਰਹੀ ਸੀ, ਤਾਂ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਉਹਨਾਂ ਸੈਨਿਕਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਠੀਕ ਹੈ। ਜਿਹੜੇ ਸੰਢੋਰੇ ਦਾ ਪੀਰ ਬੁੱਧੂ ਸ਼ਾਹ ਸੀ, ਉਹਨਾਂ ਦੇ ਕਹਿਣ ਤੇ ਗੁਰੂ ਜੀ ਨੇ ਜਿਹੜੇ 500 ਪਠਾਨ ਸੀ ਉਹਨਾਂ ਨੂੰ ਸੈਨਾ ਵਿੱਚ ਸ਼ਾਮਿਲ ਕੀਤਾ। ਉਹ ਕਿਹੜੇ ਪਠਾਨ ਸੀ, ਉਹ ਜਿਹੜੇ ਔਰੰਗਜ਼ੇਬ ਦੀ ਸੈਨਾ ਵਿੱਚੋਂ ਕੱਢੇ ਗਏ ਸੀ। ਤਾਂ ਔਰੰਗਜ਼ੇਬ ਦੀ ਸੈਨਾ ਵਿੱਚ ਜਿਹੜੇ 500 ਪਠਾਨ ਕੱਢੇ ਗਏ ਸੀ, ਉਹਨਾਂ ਨੇ ਪੀਰ ਬੁੱਧੂ ਸ਼ਾਹ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਆਪਣੀ ਸੈਨਾ ਦੇ ਵਿੱਚ ਸ਼ਾਮਿਲ ਕਰ ਲਿਆ ਸੀ। ਅਤੇ ਇੱਥੇ ਹੀ ਕੀ ਸੀ, ਇੱਥੇ ਗੁਰੂ ਜੀ ਦੇ ਦਰਬਾਰ ਦੇ ਵਿੱਚ ਟੋਟਲ 52 ਪ੍ਰਸਿੱਧ ਕਵੀ ਰਹਿੰਦੇ ਸੀ। 52 ਪ੍ਰਸਿੱਧ ਕਵੀ, ਆਪਾਂ ਕੁਝ ਜਿਹੜੇ ਇੰਪੋਰਟੈਂਟ ਨੇ ਆਪਾਂ ਉਹ ਦੇਖ ਲੈਂਦੇ ਹਾਂ। ਸੈਨਾਪਤ ਹੋ ਗਿਆ ਨੰਦ ਲਾਲ, ਹੰਸ ਰਾਮ, ਅਨੀ ਰਾਏ। ਠੀਕ ਹੈ। ਇਹ ਕੀ ਨੇ, ਇਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਪ੍ਰਸਿੱਧ ਕਵੀ ਸੀ। ਟੋਟਲ ਕਿੰਨੇ ਕਵੀ ਹੋਏ ਨੇ, 52 ਪ੍ਰਸਿੱਧ ਕਵੀ ਹੋਏ ਨੇ। ਤਾਂ ਤੁਸੀਂ ਇਹ ਵੀ ਯਾਦ ਰੱਖਣਾ ਹੈ। ਠੀਕ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਆਪਣੀ ਪਹਿਲੀ ਰਚਨਾ ਸੀ ਉਹ ਕਿਹੜੀ ਲਿਖੀ ਸੀ, ਤਾਂ ਉਹ ਸੀ ਵਾਰ ਸ਼੍ਰੀ ਭਗਉਤੀ ਜੀ ਕੀ। ਤਾਂ ਤੁਸੀਂ ਇਹ ਵੀ ਯਾਦ ਰੱਖਣਾ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਰਚਨਾ ਕਿਹੜੀ ਸੀ, ਵਾਰ ਸ਼੍ਰੀ ਭਗਉਤੀ ਜੀ ਕੀ ਲਿਖੀ ਸੀ। ਠੀਕ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਿਹੜੇ 500 ਉਦਾਸੀ ਵੀ ਮਹੰਤ ਸੀ, ਉਹਨਾਂ ਦੇ ਗੁਰੂ ਦੇ ਪਾਸੇ ਜਿਹੜੀ ਉਦਾਸੀ ਮਤ ਦੀ ਸਥਾਪਨਾ ਸੀ ਉਹ ਕਿਸ ਨੇ ਕੀਤੀ ਸੀ, ਤਾਂ ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਈ ਸੀ। ਉਹਨਾਂ ਦੇ ਪੁੱਤਰ ਜਿਹੜੇ ਸ਼੍ਰੀ ਚੰਦ ਸੀ ਉਹ ਉਦਾਸੀ ਸੰਪਰਦਾਇ ਨਾਲ ਸੰਬੰਧ ਰੱਖਦੇ ਸੀ, ਉਹਨਾਂ ਨੇ ਉਦਾਸੀ ਸੰਪਰਦਾ ਦੀ ਸਥਾਪਨਾ ਕੀਤੀ ਸੀ। ਤਾਂ ਉਸ ਤੋਂ ਇਲਾਵਾ ਕੀ ਸੀ, 500 ਜਿਹੜੇ ਉਦਾਸੀ ਦੇ ਜਿਹੜੇ ਉਹ ਬੰਦੇ ਸੀ, ਉਹਨਾਂ ਨੇ ਮਹੰਤ ਕਿਰਪਾਲ ਦਾਸ ਨਾਲ ਉਹ ਗੁਰੂ ਜੀ ਦੇ ਪਾਸ ਟਿਕ ਗਏ ਸੀ। ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ, ਤਾਂ ਉਸ ਤੋਂ ਬਾਅਦ ਭੰਗਾਣੀ ਦੀ ਲੜਾਈ ਹੋਈ ਸੀ, ਉਹ ਕਿਉਂ ਹੋਈ ਸੀ ਤੇ ਕਦੋਂ ਹੋਈ ਸੀ। ਠੀਕ ਹੈ। ਤਾਂ ਆਪਾਂ ਇਹ ਵੀ ਦੇਖ ਲੈਂਦੇ ਹਾਂ। ਤਾਂ ਭੰਗਾਣੀ ਦਾ ਜਿਹੜਾ ਯੁੱਧ ਸੀ ਉਹ ਹੋਇਆ ਸੀ 18 ਸਤੰਬਰ 1688 ਨੂੰ।
18 ਸਤੰਬਰ 1688 ਨੂੰ ਪੰਗਾਣੀ ਦਾ ਯੁੱਧ ਹੋਇਆ ਸੀ। ਇਸ ਯੁੱਧ ਦੇ ਕਾਫੀ ਕਾਰਨ ਸੀ, ਜਿਵੇਂ ਗੁਰੂ ਜੀ ਦੀ ਸੈਨਿਕ ਕਾਰਵਾਈਆਂ ਹੋ ਗਈਆਂ, ਗੁਰੂ ਜੀ ਦਾ ਚਿੱਟਾ ਹਾਥੀ ਹੋ ਗਿਆ ਜਿਸ ਦਾ ਨਾਮ ਸੀ ਪ੍ਰਸਾਦੀ, ਠੀਕ ਹੈ। ਮਤਲਬ ਕਿ ਜਦੋਂ ਸੈਨਿਕ ਕਾਰਵਾਈ ਫੌਜ ਤਿਆਰ ਹੋਣੀ ਸ਼ੁਰੂ ਕੀਤਾ, ਜਿਹੜਾ ਭੀਮ ਚੰਦ ਸੀ ਅਨੰਦਪੁਰ ਦਾ ਰਾਜਾ, ਉਸ ਨੂੰ ਉਸਦੇ ਵਿਰੁੱਧ ਈਰਖਾ ਹੋਣ ਲੱਗੀ, ਜਿਸ ਦੇ ਕਾਰਨ ਇਹ ਸੈਨਿਕ ਕਾਰਵਾਈਆਂ ਸ਼ੁਰੂ ਹੋਈਆਂ ਤੇ ਪੰਗਾਣੀ ਦਾ ਜਿਹੜਾ ਯੁੱਧ ਸੀ ਉਹ ਸ਼ੁਰੂ ਹੋਇਆ ਸੀ, ਠੀਕ ਹੈ। ਤਾਂ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਦੀ ਕੁੜਮਾਈ ਸੀ ਜਿਹੜੀ, ਇੱਕ ਕਾਰਨ ਕੀ ਸੀ ਪੰਗਾਣੀ ਦੇ ਯੁੱਧ ਦਾ, ਜਿਹੜਾ ਭੀਮ ਚੰਦ ਦਾ ਲੜਕਾ ਸੀ ਅਜਮੇਰ ਚੰਦ, ਉਸ ਦੀ ਜਿਹੜੀ ਕੁੜਮਾਈ ਸੀ ਉਹ ਸ਼੍ਰੀਨਗਰ ਮਤਲਬ ਕਿ ਗੜਵਾਲ ਉੱਤਰਾਖੰਡ ਦੇ ਵਿੱਚ ਸਥਿਤ ਹੈ ਸ਼੍ਰੀਨਗਰ ਦੇ ਰਾਜਾ ਫਤਿਹ ਸ਼ਾਹ ਦੀ ਲੜਕੀ ਨਾਲ ਹੋਈ ਸੀ, ਠੀਕ ਹੈ। ਫਤਿਹ ਸ਼ਾਹ ਕੀ ਸੀ? ਫਤਿਹ ਸ਼ਾਹ ਕੌਣ ਸੀ? ਉਹ ਗੁਰੂ ਜੀ ਦਾ ਮਿੱਤਰ ਸੀ। ਇਸ ਮੌਕੇ ਤੇ ਭੀਮ ਚੰਦ ਨੇ ਕੀ ਕੀਤਾ? ਭੀਮ ਚੰਦ ਨੇ ਪ੍ਰਸਾਦੀ ਹਾਥੀ ਦੀ ਮੰਗ ਕੀਤੀ, ਕਿਸ ਤੋਂ? ਗੁਰੂ ਗੋਬਿੰਦ ਸਿੰਘ ਜੀ ਤੋਂ। ਬਟ ਕੀ ਹੋਇਆ, ਗੁਰੂ ਸਾਹਿਬ ਨੇ ਇਸ ਨੂੰ ਹਾਥੀ ਨੂੰ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਦੇ ਕਾਰਨ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਅਤੇ ਫਤਿਹ ਚੰਦ ਦੀ ਲੜਕੀ ਦੀ ਸ਼ਾਦੀ ਦੇ ਸਮੇਂ ਸਾਰੇ ਪਹਾੜੀ ਰਾਜੇ ਇਕੱਠੇ ਹੋਏ ਸਨ। ਰਾਜਾ ਭੀਮ ਚੰਦ ਨੇ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹਿਆ ਸੀ, ਮਤਲਬ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੋਈ ਵੀ ਲੜਾਈ ਕਰਨ ਦਾ ਚਾਹਵਾਨ ਸੀ, ਜਿਸ ਦੇ ਕਾਰਨ ਉਸਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣੇ ਉਸਦੇ ਜਿਹੜਾ ਮਨਪਸੰਦ ਹਾਥੀ ਸੀ ਪ੍ਰਸਾਦੀ ਨਾਮ ਦਾ, ਉਸ ਤੋਂ ਮੰਗ ਕੀਤੀ ਸੀ। ਬਟ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਬਿਲਕੁਲ ਸਾਫ਼ ਇਨਕਾਰ ਕਰ ਦਿੱਤੀ ਦੇਣ ਤੋਂ, ਠੀਕ ਹੈ। ਇਸ ਦੇ ਕਾਰਨ ਉਹਨਾਂ ਦੇ ਵਿੱਚ ਇੱਕ ਯੁੱਧ ਦਾ ਮਾਹੌਲ ਪੈਦਾ ਹੋ ਗਿਆ ਸੀ। ਯੁੱਧ ਦੇ ਲਈ ਕੀ ਸੀ? ਪਾਉਂਟਾ ਸਾਹਿਬ ਤੋਂ 7 ਮੀਲ ਦੂਰ ਪੰਗਾਣੀ ਦਾ ਸਥਾਨ ਨਿਸ਼ਚਿਤ ਕੀਤਾ ਗਿਆ, ਠੀਕ ਹੈ। ਪੰਗਾਣੀ ਦਾ ਸਥਾਨ ਨਿਸ਼ਚਿਤ ਕੀਤਾ ਗਿਆ ਜਿੱਥੇ ਜਾ ਕੇ ਉਹਨਾਂ ਦੀ ਲੜਾਈ ਹੋਈ ਸੀ। ਇਸ ਲੜਾਈ ਦੇ ਵਿੱਚ ਮਾਮਾ ਕਿਰਪਾਲ ਚੰਦ ਅਤੇ ਗੁਰੂ ਜੀ ਦੀ ਭੂਆ ਬੀਬੀ ਵੀਰੋ ਅਤੇ 2 ਪੁੱਤਰ ਸ਼ੰਗ ਸ਼ਾਹ, ਜੀਤ ਮੱਲ, ਮੋਰੀ ਚੰਦ, ਠੀਕ ਹੈ, ਗੁਲਾਬ ਰਾਏ, ਗੰਗਾ ਰਾਮ, ਦੀਵਾਨ ਚੰਦ ਨੇ ਗੁਰੂ ਜੀ ਦੇ ਨਾਲ ਬੈਠ ਕੇ ਜੰਗ ਦਾ ਪੂਰਾ ਨਕਸ਼ਾ ਤਿਆਰ ਕੀਤਾ। ਇਸ ਤੋਂ ਬਾਅਦ ਕੀ ਹੋਇਆ? ਭਾਈ ਰਾਮ ਕੋਇਰ ਮਹਿਰੇ ਅਤੇ ਕਾਲਾ ਖਾਨ ਨੂੰ ਪਾਉਂਟਾ ਸਾਹਿਬ ਦੀ ਰੱਖਿਆ ਦੇ ਲਈ ਛੱਡਿਆ ਗਿਆ, ਠੀਕ ਹੈ। ਕਿਹਨਾਂ ਨੂੰ? ਭਾਈ ਰਾਮ ਕੋਇਰ ਮਹਿਰੇ ਅਤੇ ਕਾਲਾ ਖਾਨ ਨੂੰ, ਠੀਕ ਹੈ, ਪਾਉਂਟਾ ਸਾਹਿਬ ਦੀ ਰੱਖਿਆ ਦੇ ਲਈ ਛੱਡਿਆ ਗਿਆ। ਯੁੱਧ ਤੋਂ ਇੱਕ ਰਾਤ ਪਹਿਲਾਂ, ਮਤਲਬ ਕਿ ਜਦੋਂ ਪਤਾ ਲੱਗਿਆ ਕਿ ਅਗਲੇ ਦਿਨ ਯੁੱਧ ਹੋਣਾ ਹੈ, ਉਸੇ ਇੱਕ ਰਾਤ ਪਹਿਲਾਂ ਕੀ ਹੋਇਆ? 400 ਪਠਾਨ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ, ਉਹ ਨੱਸ ਗਏ ਅਤੇ ਦੁਸ਼ਮਣ ਦੀਆਂ ਫੌਜਾਂ ਵਿੱਚ ਸ਼ਾਮਲ ਹੋ ਗਏ, ਮਤਲਬ ਕਿ ਭੀਮ ਚੰਦ ਦੇ ਨਾਲ ਜਾ ਕੇ ਰਲ ਗਏ। ਕੇਵਲ ਕਾਲਾ ਖਾਨ ਹੀ ਆਪਣੇ 100 ਸਿਪਾਹੀਆਂ ਸਮੇਤ ਟਿਕਿਆ ਰਿਹਾ ਸੀ, ਠੀਕ ਹੈ। ਕਾਲਾ ਖਾਨ ਸੀ ਜਿਹੜਾ ਉਹ 100 ਸਿਪਾਹੀਆਂ ਸਮੇਤ ਉੱਥੇ ਟਿਕਿਆ ਰਿਹਾ। ਇਸ ਤੋਂ ਇਲਾਵਾ ਗੁਰੂ ਸਾਹਿਬ ਪਾਸ ਆਏ ਜਿਹੜੇ 500 ਉਦਾਸੀ ਮਤ ਦੇ ਉਦਾਸੀ ਮਤ ਦਾ ਟੋਲਾ ਸੀ, ਠੀਕ ਹੈ। ਉਹ ਵੀ ਜੰਗ ਦੀ ਖਬਰ ਸੁਣ ਕੇ ਕੀ ਹੋਇਆ? ਰਾਤੋਂ ਰਾਤ ਨੱਸ ਗਿਆ ਅਤੇ ਕੇਵਲ ਉਹਨਾਂ ਜਿਹੜਾ ਆਗੂ ਸੀ ਉਦਾਸੀ ਮਤ ਦਾ ਮਹੰਤ ਕਿਰਪਾਲ ਦਾਸ, ਉਹ ਹੀ ਗੁਰੂ ਜੀ ਦੇ ਨਾਲ ਖੜਿਆ ਰਿਹਾ ਸੀ। ਬਾਕੀ ਜਿਹੜੇ ਉਸਦੇ ਟੋਲਾ ਸੀ ਉਹ ਸਾਰਾ ਹੀ ਰਾਤੋਂ ਰਾਤ ਭੱਜ ਗਿਆ ਸੀ, ਠੀਕ ਹੈ। ਇਹ ਖਬਰ ਪੀਰ ਬੁੱਧੂ ਸ਼ਾਹ ਨੂੰ ਪਹੁੰਚੀ। ਜਦੋਂ ਇਹ ਖਬਰ ਪਹੁੰਚੀ ਕਿ ਕਈ ਜਿਹੜੇ ਸੈਨਿਕ ਨੇ ਉਹਨਾਂ ਦਾ ਸਾਥ ਛੱਡ ਗਏ, ਤਾਂ ਉਹ ਆਪਣੇ 4 ਪੁੱਤਰ, ਦੋਵੇਂ ਭਰਾ ਹੋ ਗਏ, ਉਸਦੇ 4 ਪੁੱਤਰ ਹੋ ਗਏ ਤੇ 700 ਜਿਹੜੇ ਨਾਲ ਉਸਦੇ ਮੁਰੀਦ ਸੀ ਉਹ ਉਹਨਾਂ ਨੂੰ ਲੈ ਕੇ ਕਿੱਥੇ? ਪੰਗਾਣੀ ਸਾਹਿਬ ਪਹੁੰਚਿਆ, ਠੀਕ ਹੈ, ਗੁਰੂ ਸਾਹਿਬ ਦਾ ਸਾਥ ਦੇਣ ਦੇ ਲਈ, ਠੀਕ ਹੈ। ਇਸ ਤਰ੍ਹਾਂ ਯੁੱਧ ਦੀ ਖਬਰ ਸੁਣ ਕੇ ਜਿਹੜੇ ਆਸ-ਪਾਸ ਦੇ ਇਲਾਕੇ ਦੇ ਸਿੱਖ ਸੀ ਉਹ ਵੀ ਇਸ ਯੁੱਧ ਵਿੱਚ ਹਿੱਸਾ ਲੈਣ ਲਈ ਪਹੁੰਚੇ ਅਤੇ ਯੁੱਧ ਵਿੱਚ ਜਿੱਤ ਪ੍ਰਾਪਤ ਕੀਤੀ। ਮਤਲਬ ਕਿ ਜਿਹੜਾ ਪੰਗਾਣੀ ਦਾ ਯੁੱਧ ਹੋਇਆ ਸੀ ਉਸ ਦੇ ਵਿੱਚ ਕਿਹਨਾਂ ਦੇ ਵਿਚਕਾਰ ਹੋਇਆ ਸੀ? ਉਹ ਭੀਮ ਚੰਦ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਇਆ ਸੀ, ਜਿਸ ਦੇ ਵਿੱਚ ਕਿਸੇ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ਸੀ, ਠੀਕ ਹੈ। ਇਸ ਤੋਂ ਬਾਅਦ ਅਗਲੀ ਲੜਾਈ ਹੁੰਦੀ ਹੈ ਨਦੌਣ ਦੀ ਲੜਾਈ, ਠੀਕ ਹੈ। ਜਿਹੜੀ ਨਦੌਣ ਦੀ ਲੜਾਈ ਸੀ ਉਹ ਕਿਉਂ ਹੋਈ ਸੀ? ਤਾਂ ਜਿਹੜੀ ਨਦੌਣ ਦੀ ਲੜਾਈ ਸੀ ਉਹ ਹੋਈ ਸੀ, ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਨੂੰ ਸਾਲਾਨਾ ਟੈਕਸ ਦੇਣਾ ਬੰਦ ਕਰ ਦਿੱਤਾ ਸੀ। ਮਤਲਬ ਕਿ ਜਿਹੜਾ ਪਹਾੜੀ ਰਾਜੇ ਸੀ ਉਹ ਮੁਗਲ ਸਰਕਾਰ ਨੂੰ, ਔਰੰਗਜ਼ੇਬ ਨੂੰ ਉਹ ਟੈਕਸ ਦਿੰਦੇ ਸੀ, ਠੀਕ ਹੈ। ਬਟ ਉਹ ਕੀ ਹੈ? ਉਹ ਟੈਕਸ ਦੇਣਾ ਬੰਦ ਕਰ ਦਿੱਤਾ। ਸਾਰਿਆਂ ਰਾਜਿਆਂ ਨੇ ਭੀਮ ਚੰਦ ਦੀ ਅਗਵਾਈ ਵਿੱਚ ਇੱਕ ਸੰਘ ਬਣਾ ਲਿਆ ਸੀ, ਠੀਕ ਹੈ। ਪਹਾੜੀ ਰਾਜਿਆਂ ਵੱਲੋਂ ਕਰ ਨਾ ਦੇਣ ਤੇ ਜੰਮੂ ਦੇ ਮੁਗਲ ਸੂਬੇਦਾਰ ਮੀਆਂ ਮੀਰ ਖਾਨ ਨੇ ਪਹਾੜੀ ਰਾਜਿਆਂ ਦੇ ਵਿਰੁੱਧ ਅਲਿਫ ਖਾਨ ਦੀ ਅਗਵਾਈ ਵਿੱਚ ਇੱਕ ਮੁਹਿੰਮ ਭੇਜੀ ਸੀ, ਠੀਕ ਹੈ। ਇਸ ਲੜਾਈ ਦੇ ਵਿੱਚ ਕੀ ਸੀ? ਇਸ ਲੜਾਈ ਦੇ ਵਿੱਚ ਕਾਂਗੜਾ ਦੇ ਰਾਜੇ ਕਿਰਪਾਲ ਚੰਦ ਅਤੇ ਬਿਰਾਜਬਾਲ ਦਾ ਰਾਜਾ ਦਿਆਲ ਨੇ ਅਲਿਫ ਖਾਨ ਦਾ ਸਾਥ ਦਿੱਤਾ ਸੀ, ਠੀਕ ਹੈ। ਤਾਂ ਗੁਰੂ ਜੀ ਨੇ ਕੀ ਹੋਇਆ? ਤਾਂ ਗੁਰੂ ਜੀ ਨੇ ਰਾਜਾ ਰਾਮ ਸਿੰਘ ਅਤੇ ਪਹਾੜੀ ਰਾਜਿਆਂ ਦੇ ਪੱਖ ਵਿੱਚ ਭਾਗ ਲਿਆ। ਕਿਸ ਦੇ ਸਾਥ ਨਾਲ ਲੜੇ ਸੀ ਉਹ ਗੁਰੂ ਜੀ? ਤਾਂ ਰਾਜਾ ਰਾਮ ਸਿੰਘ ਅਤੇ ਪਹਾੜੀ ਰਾਜਿਆਂ ਦੇ ਪੱਖ ਦੇ ਵਿੱਚ, ਠੀਕ ਹੈ। ਤਾਂ ਕਾਂਗੜਾ ਤੋਂ 32 ਕਿਲੋਮੀਟਰ ਤੋਂ ਦੂਰ, ਮਤਲਬ ਕਿ ਜਿਹੜਾ ਅਗਲਾ ਯੁੱਧ ਹੋਇਆ ਸੀ ਉਹ ਕਾਂਗੜਾ ਤੋਂ 32 ਕਿਲੋਮੀਟਰ ਦੂਰ ਬਿਆਸ ਦਰਿਆ ਦੇ ਕੰਢੇ ਨਾਦੌਣ ਨਾਮੀ ਸਥਾਨ ਤੇ ਇਹ ਯੁੱਧ ਲੜਿਆ ਗਿਆ ਸੀ, ਠੀਕ ਹੈ। ਤਾਂ ਤੁਸੀਂ ਇਹ ਯਾਦ ਰੱਖਣਾ ਹੈ। ਤਾਂ ਇਹ ਕਿਸ ਦੇ ਕੰਢੇ ਲੜਿਆ ਗਿਆ ਸੀ? ਬਿਆਸ ਦਰਿਆ ਦੇ ਕੰਢੇ ਲੜਿਆ ਗਿਆ ਸੀ ਨਾਦੌਣ ਦਾ ਯੁੱਧ। ਤਾਂ ਇਸ ਦੇ ਵਿੱਚ ਕੀ ਸੀ? ਤਾਂ ਇਸ ਦੇ ਵਿੱਚ ਪਹਾੜੀ ਰਾਜਿਆਂ ਨੇ ਇਹ ਯੁੱਧ ਜਿੱਤ ਲਿਆ ਸੀ, ਠੀਕ ਹੈ। ਪਹਾੜੀ ਰਾਜਿਆਂ ਨੇ ਨਾਦੌਣ ਦੀ ਜਿੱਤ ਤੋਂ ਬਾਅਦ ਭੀਮ ਚੰਦ ਨੇ ਗੁਰੂ ਸਾਹਿਬ ਤੋਂ ਪੁੱਛੇ ਬਿਨਾਂ ਹੀ ਅਲਿਫ ਖਾਨ ਨਾਲ ਸਮਝੌਤਾ ਕਰ ਲਿਆ, ਠੀਕ ਹੈ। ਮਤਲਬ ਕਿ ਜਦੋਂ ਗੁਰੂ ਸਾਹਿਬ ਦਾ ਏਡਾ ਯੋਗਦਾਨ ਸੀ, ਬਟ ਜਿਹੜਾ ਭੀਮ ਚੰਦ ਸੀ ਉਸਨੇ
ਗੁਰੂ ਸਾਹਿਬ ਨੂੰ ਪੁੱਛੇ ਤੋਂ ਬਗੈਰ ਅਲਿਫ ਖਾਨ ਦੇ ਨਾਲ ਸਮਝੌਤਾ ਕਰ ਲਿਆ ਸੀ, ਜਿਸ ਦਾ ਗੁਰੂ ਜੀ ਨੂੰ ਬਹੁਤ ਦੁੱਖ ਹੋਇਆ। ਇਸ ਲੜਾਈ ਦਾ ਜਿਹੜਾ ਜ਼ਿਕਰ ਹੈ ਉਹ ਗੁਰੂ ਗੋਬਿੰਦ ਸਿੰਘ ਜਿਹੜੀ ਸਵੈ ਜੀਵਨੀ ਉਹ ਬਚਿੱਤਰ ਨਾਟਕ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਗਿਆ। ਠੀਕ ਹੈ, ਤਾਂ ਗੁਰੂ ਗੋਬਿੰਦ ਸਿੰਘ ਦੀ ਸਵੈ ਜੀਵਨੀ ਦਾ ਕੀ ਨਾਮ ਹੈ? ਬਚਿੱਤਰ ਨਾਟਕ, ਜਿਸ ਦੇ ਵਿੱਚ ਇਸ ਲੜਾਈ ਦਾ ਵੀ ਜ਼ਿਕਰ ਕੀਤਾ ਗਿਆ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਅਗਲੀ ਲੜਾਈ ਸੀ ਉਹ ਲੜੀ ਗਈ ਸੀ ਗੁਲੇਰ ਦੀ ਲੜਾਈ। 1696 ਦੇ ਵਿੱਚ ਲੜੀ ਗਈ ਸੀ ਗੁਲੇਰ ਦੀ ਲੜਾਈ। ਤਾਂ ਗੁਲੇਰ ਜਿਹੜੀ ਲੜਾਈ ਸੀ ਉਹ ਕਿਉਂ ਹੋਈ ਸੀ? ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਵੱਧਦੀ ਹੋਈ ਲੋਕਪ੍ਰਿਯਤਾ ਨੂੰ ਵੇਖਦੇ ਹੋਏ 1694 ਵਿੱਚ ਲਾਹੌਰ ਦੇ ਮੁਗਲ ਸੂਬੇਦਾਰ ਦਿਲਾਵਰ ਖਾਨ ਨੇ ਆਪਣੇ ਪੁੱਤਰ ਖਾਨਜ਼ਾਦਾ ਰੁਸਤਮ ਖਾਨ ਨੂੰ ਸੈਨਾ ਦੇ ਕੇ ਭੇਜਿਆ ਸੀ, ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ। ਠੀਕ ਹੈ, ਤਾਂ ਉਸ ਤੋਂ ਬਾਅਦ ਕੀ ਹੋਇਆ? ਜਦੋਂ ਸਫਲਤਾ ਨਾ ਮਿਲਣ 'ਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਰੁਸਤਮ ਖਾਨ ਅਸਫਲ ਹੋ ਗਿਆ ਸੀ। ਇਸ ਲਈ ਕੀ ਹੈ, ਜਨਰਲ ਹੁਸੈਨ ਖਾਨ ਨੂੰ ਸੈਨਾ ਦੇ ਕੇ ਭੇਜਿਆ ਗਿਆ। ਜਦੋਂ ਰੁਸਤਮ ਖਾਨ ਹਾਰ ਗਿਆ ਗੁਰੂ ਗੋਬਿੰਦ ਸਿੰਘ ਜੀ ਤੋਂ, ਤਾਂ ਉਸ ਤੋਂ ਬਾਅਦ ਇੱਕ ਹੋਰ ਟੁਕੜੀ ਤਿਆਰ ਕੀਤੀ ਗਈ, ਜਿਸ ਦੀ ਅਗਵਾਈ ਕੌਣ ਕਰ ਰਿਹਾ ਸੀ? ਜਨਰਲ ਹੁਸੈਨ ਖਾਨ। ਠੀਕ ਹੈ, ਹੁਸੈਨ ਖਾਨ ਨੇ ਆਨੰਦਪੁਰ ਨੂੰ ਘੇਰਨ ਲਈ ਕੂਚ ਕੀਤਾ। ਰਸਤੇ ਵਿੱਚ ਡਡਵਾਲ ਦੇ ਸ਼ਾਸਕ ਮੁਦਕਰ ਸ਼ਾਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਹਾਰ ਗਿਆ। ਠੀਕ ਹੈ, ਮੁਦਕਰ ਸ਼ਾਹ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਜਿਹੜਾ ਮੁਦਕਰ ਸ਼ਾਹ ਸੀ ਉਹ ਗੁਰੂ ਜੀ ਦੇ ਨਾਲ ਸੀ। ਬਟ ਕੀ ਹੋਇਆ, ਮੁਦਕਰ ਸ਼ਾਹ ਉਸ ਦੇ ਵਿੱਚ ਹਾਰ ਗਿਆ ਤੇ ਉਸ ਤੋਂ ਬਾਅਦ ਅੱਗੇ ਜੰਗ ਸ਼ੁਰੂ ਹੋਈ। ਤਾਂ ਇਸ ਤੋਂ ਇਲਾਵਾ ਕਾਂਗੜਾ ਤੇ ਚੰਦ ਕਟੌਚ, ਠੀਕ ਹੈ, ਕਾਂਗੜਾ ਦਾ ਜਿਹੜਾ ਚੰਦ ਕਟੌਚ ਸੀ ਬਿਲਾਸਪੁਰ ਦੇ ਭੀਮ ਚੰਦ ਮੁਗਲ ਫੌਜ ਦੇ ਨਾਲ ਹੋ ਗਏ। ਹੁਸੈਨ ਖਾਨ ਨੇ ਰਾਜਿਆਂ ਤੋਂ ਕੁਝ ਰਕਮ ਦੀ ਮੰਗ ਕੀਤੀ। ਗੁਲੇਰ ਰਿਆਸਤ ਦੇ ਰਾਜੇ ਨੇ ਖਾਨ ਦੀ ਮੰਗ ਨਾਲੋਂ ਘੱਟ ਪੈਸੇ ਲਿਆਂਦੇ ਸੀ। ਜਿਹੜਾ ਗੁਲੇਰ ਰਿਆਸਤ ਦਾ ਰਾਜਾ ਸੀ, ਜਦੋਂ ਹੁਸੈਨ ਖਾਨ ਸੀ ਜਿਸ ਨੇ ਪੈਸਿਆਂ ਦੀ ਮੰਗ ਕੀਤੀ ਸੀ ਗੁਲੇਰ ਦੇ ਰਿਆਸਤ ਦੇ, ਬਟ ਉਹ ਪੈਸੇ ਘੱਟ ਲੈ ਕੇ ਆਇਆ ਸੀ। ਗੁੱਸੇ ਵਿੱਚ ਰਾਜਾ ਗੋਪਾਲ ਦੇ ਕਿਲੇ ਨੂੰ ਘੇਰ ਲਿਆ। ਰਾਜਾ ਗੋਪਾਲ ਕੌਣ ਸੀ? ਉਹ ਗੁਲੇਰ ਰਿਆਸਤ ਦਾ ਰਾਜਾ ਸੀ। ਠੀਕ ਹੈ, ਰਾਜਾ ਗੋਪਾਲ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ? ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਲੇਰ ਰਾਜੇ ਦੀ ਮਦਦ ਲਈ ਆਪਣੀ ਸੈਨਾ ਭੇਜੀ। ਮਤਲਬ ਕਿ ਜਿਹੜਾ ਗੁਲੇਰ ਰਿਆਸਤ ਦਾ ਰਾਜਾ ਸੀ ਰਾਜਾ ਗੋਪਾਲ, ਉਸ ਦੀ ਮਦਦ ਲਈ ਕੀ ਸੀ? ਆਪਣੀ ਸੈਨਾ ਭੇਜੀ। ਪਠਾਨਕੋਟ ਦੇ ਦੱਖਣ ਪੂਰਬ ਵੱਲ ਗੁਲੇਰ ਵਿਖੇ ਸਿੱਖਾਂ, ਗੁਲੇਰ ਸੈਨਾ ਅਤੇ ਹੁਸੈਨ ਦੀ ਫੌਜ ਵਿਚਕਾਰ ਲੜਾਈ ਲੜੀ ਗਈ, ਜਿਸ ਦੇ ਵਿੱਚ ਸਿੱਖ ਅਤੇ ਗੁਲੇਰ ਸੈਨਾ ਦੀ ਜਿੱਤ ਹੋਈ ਸੀ, ਜਿਸ ਦੇ ਵਿੱਚ ਕੌਣ ਸੀ? ਹੁਸੈਨ ਖਾਨ ਬੁਰੀ ਤਰ੍ਹਾਂ ਹਾਰ ਗਿਆ ਸੀ। ਠੀਕ ਹੈ, ਇਸ ਦਾ ਜਿਹੜਾ ਜ਼ਿਕਰ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਿੱਤਰ ਨਾਟਕ ਦੇ ਵਿੱਚ ਵੀ ਕੀਤਾ ਹੈ। ਠੀਕ ਹੈ, ਇਸ ਲੜਾਈ ਦਾ ਜਿਹੜਾ ਜ਼ਿਕਰ ਹੈ। ਤਾਂ 1698 ਦੇ ਵਿੱਚ ਗੁਰੂ ਜੀ ਨੇ ਹੋਰ ਕੀ ਕੀਤਾ ਸੀ? ਤਾਂ ਉਹਨਾਂ ਨੇ ਮਸੰਦ ਪ੍ਰਣਾਲੀ ਦੀ ਪ੍ਰਥਾ ਨੂੰ ਵੀ ਖਤਮ ਕਰ ਦਿੱਤਾ ਸੀ। ਕਦੋਂ ਖਤਮ ਕੀਤਾ ਸੀ? 1698 ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਕੀ ਹੋਇਆ? 1698 ਤੱਕ ਦੀਆਂ ਲੜਾਈਆਂ ਕਵਰ ਹੋ ਗਿਆ। ਤਾਂ ਉਹਨਾਂ ਤੋਂ ਬਾਅਦ 1699 ਦੀ ਵਾਰੀ ਆ ਗਈ, ਜਦੋਂ ਖਾਲਸਾ ਪੰਥ ਦੀ ਸਥਾਪਨਾ ਕਰਨੀ ਸੀ। ਤਾਂ ਖਾਲਸਾ ਪੰਥ ਦੀ ਸਥਾਪਨਾ ਕਿਵੇਂ ਹੋਈ? ਤਾਂ 30 ਮਾਰਚ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ। ਕਿਉਂ ਕੀਤੀ ਗਈ, ਕੀ ਕਾਰਨ ਸੀ, ਆਪਾਂ ਸਭ ਕੁਝ ਦੇਖਦੇ ਹਾਂ। ਤਾਂ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ ਤੇ ਇਹ ਸਮਾਗਮ ਰੱਖਿਆ ਗਿਆ ਸੀ। ਠੀਕ ਹੈ, ਤਾਂ ਆਨੰਦਪੁਰ ਸਾਹਿਬ ਦੇ ਵਿੱਚ ਕੇਸਗੜ੍ਹ ਨਾਮ ਦਾ ਸਥਾਨ ਸੀ, ਜਿੱਥੇ ਇਹ ਪੂਰਾ ਸਮਾਗਮ ਰੱਖਿਆ ਗਿਆ ਸੀ। ਠੀਕ ਹੈ, ਸਵੇਰੇ ਦੀ ਜਦੋਂ ਪ੍ਰਾਰਥਨਾ ਤੋਂ ਬਾਅਦ ਗੁਰੂ ਜੀ ਨੇ ਇੱਕ ਵਿਸ਼ੇਸ਼ ਬਾਣੇ ਦੇ ਵਿੱਚ ਸੰਗਤ ਦੇ ਸਾਹਮਣੇ, ਤਾਂ ਉਹ ਜਿਹੜਾ ਵਿਸ਼ੇਸ਼ ਬਾਣਾ ਸੀ ਉਹ ਸੀ ਕੇਸਰੀ ਬਾਣੇ ਵਿੱਚ ਅਤੇ ਨੀਲੇ ਰੰਗ ਦਾ ਕਮਰਬੰਦ ਪਹਿਨਿਆ ਹੋਇਆ ਸੀ। ਤੇ ਸਵੇਰ ਦੀ ਪ੍ਰਾਰਥਨਾ ਕਰਨ ਤੋਂ ਬਾਅਦ ਜਦੋਂ ਉਹ ਸਾਰੀ ਸੰਗਤ ਦੇ ਸਾਹਮਣੇ ਆਏ ਤਾਂ ਉਹਨਾਂ ਨੂੰ ਸੰਬੋਧਿਤ ਕਰਨ ਲੱਗੇ, ਤਾਂ ਉਹਨਾਂ ਨੇ ਆਪਣੀ ਤਲਵਾਰ ਕੱਢੀ ਅਤੇ ਸੱਜੇ ਹੱਥ ਨਾਲ ਹਵਾ ਵਿੱਚ ਲਹਿਰਾਇਆ ਤੇ ਕਿਹਾ ਕਿ ਕੋਈ ਅਜਿਹਾ ਸਿੱਖ ਹੈ ਜੋ ਧਰਮ ਦੇ ਲਈ ਆਪਣਾ ਸ਼ੀਸ਼ ਭੇਟ ਕਰ ਸਕੇ। ਮਤਲਬ ਕਿ ਉਹਨਾਂ ਨੇ ਜਾਨ ਲੈਣ ਲਈ ਕਿਹਾ ਕਿ ਕੋਈ ਸਿੱਖ ਹੈ ਜੋ ਮੇਰੇ ਲਈ ਆਪਣੀ ਜਾਨ ਦੇ ਸਕੇ। ਤਾਂ ਸਭ ਤੋਂ ਪਹਿਲਾਂ ਕੀ ਹੋਇਆ? ਭਾਈ ਦਇਆ ਰਾਮ ਆਪਣਾ ਬਲੀਦਾਨ ਦੇਣ ਲਈ ਗੁਰੂ ਜੀ ਅੱਗੇ ਆਏ। ਤਾਂ ਗੁਰੂ ਜੀ ਨੇ ਉਹਨਾਂ ਨੂੰ ਲੈ ਕੇ ਇੱਕ ਤੰਬੂ ਦੇ ਵਿੱਚ ਗਏ ਤੇ ਖੂਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆਏ। ਠੀਕ ਹੈ, ਤਾਂ ਉਸ ਤੋਂ ਬਾਅਦ ਕੀ ਹੋਇਆ? ਤਾਂ ਉਸ ਤੋਂ ਬਾਅਦ ਗੁਰੂ ਜੀ ਨੇ ਦੁਬਾਰਾ ਫਿਰ ਸ਼ੀਸ਼ ਦੀ ਮੰਗ ਕੀਤੀ। ਤਾਂ ਇਸ ਵਾਰ ਭਾਈ ਧਰਮਦਾਸ ਅੱਗੇ ਆਏ। ਠੀਕ ਹੈ, ਇਸੇ ਤਰ੍ਹਾਂ ਕਰਦੇ ਕਰਦੇ ਮੋਹਕਮ ਚੰਦ, ਭਾਈ ਸਾਹਿਬ ਚੰਦ ਤੇ ਹਿੰਮਤ ਰਾਏ, ਟੋਟਲ 5 ਸਿੱਖ ਸੀ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆਏ ਸੀ ਆਪਣੀ ਜਾਨ ਵਾਰਨ ਦੇ ਲਈ। ਠੀਕ ਹੈ, ਤਾਂ ਇਵੇਂ ਹੀ ਤਾਂ ਕੁਝ ਸਮੇਂ ਬਾਅਦ ਗੁਰੂ ਜੀ ਨੇ ਇਹਨਾਂ ਪੰਜਾਂ ਨੂੰ ਕੇਸਰੀ ਬਾਣੇ ਅਤੇ ਨੀਲੀ ਦਸਤਾਰ ਵਿੱਚ ਸਭ ਦੇ ਸਾਹਮਣੇ ਲਿਆਂਦਾ ਗਿਆ। ਮਤਲਬ ਕਿ ਉਹਨਾਂ ਨੂੰ ਜਿਹੜੇ ਤੰਬੂ ਦੇ ਵਿੱਚ ਲੈ ਗਏ ਸੀ, ਉੱਥੇ ਉਹਨਾਂ ਪੰਜਾਂ ਨੂੰ ਰੱਖਿਆ ਤੇ ਜਦੋਂ ਉਹਨਾਂ ਨੇ ਇਹ ਮੰਗ ਪੂਰੀ ਕੀਤੀ ਤਾਂ ਉਹ ਉਹਨਾਂ ਪੰਜਾਂ ਨੂੰ ਲੈ ਕੇ ਸਾਰੀ ਸੰਗਤ ਦੇ ਸਾਹਮਣੇ ਆਏ। ਉਸ ਟਾਈਮ ਵੀ ਉਹਨਾਂ ਨੇ ਕੇਸਰੀ ਬਾਣਾ ਅਤੇ ਨੀਲੀ ਦਸਤਾਰ ਪਾਈ ਹੋਈ ਸੀ। ਠੀਕ ਹੈ, ਤਾਂ ਗੁਰੂ ਜੀ ਨੇ ਕੀ ਕੀਤਾ? ਗੁਰੂ ਜੀ ਨੇ ਅੰਮ੍ਰਿਤ ਬਾਣੀ ਪੜ੍ਹਦੇ ਹੋਏ ਖੰਡੇ ਨੂੰ ਹਿਲਾ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ ਉਹਨਾਂ ਨੂੰ ਖਾਲਸਾ ਘੋਸ਼ਿਤ ਕੀਤਾ ਅਤੇ ਖਾਲਸੇ ਪੰਥ ਦੀ ਸਥਾਪਨਾ ਕੀਤੀ। ਮਤਲਬ ਕਿ ਪੰਜਾਂ ਪਿਆਰੇ, ਜਿਹਨੂੰ ਆਪਾਂ ਪੰਜ ਪਿਆਰੇ ਕਹਿ ਦਿੰਦੇ ਹਾਂ, ਉਹਨਾਂ ਤੋਂ ਹੀ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਤਾਂ ਉਹ ਪੰਜ ਪਿਆਰੇ ਕਿਹੜੇ ਸੀ ਤੇ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਤੇ ਕਿੱਥੋਂ ਦੇ ਰਹਿਣ ਵਾਲੇ ਸੀ? ਤਾਂ ਭਾਈ ਦਇਆ ਰਾਮ ਜੀ ਪਹਿਲੇ ਸੀ, ਜਿਹੜੇ ਉਹ ਲਾਹੌਰ ਤੋਂ ਰਹਿਣ ਵਾਲੇ ਸੀ, ਖੱਤਰੀ ਜਾਤੀ ਨਾਲ ਸੰਬੰਧ ਰੱਖਦੇ ਸੀ। ਠੀਕ ਹੈ, ਦੂਸਰੇ ਸੀ ਭਾਈ ਧਰਮਦਾਸ, ਜਿਹੜੇ ਦਿੱਲੀ ਤੋਂ ਸੀ, ਦਿੱਲੀ ਮੇਰਠ ਚੋਂ,
ਜਿਹੜੀ ਜੱਟ ਜਾਤੀ ਨਾਲ ਸੰਬੰਧ ਰੱਖਦੇ ਸੀ, ਠੀਕ ਹੈ। ਭਾਈ ਮੋਹਕਮ ਚੰਦ ਇਹ ਦਵਾਰਕਾ ਗੁਜਰਾਤ ਦੇ ਸੀ, ਠੀਕ ਹੈ, ਤੇ ਇਹ ਰੰਗਾਈ ਦਾ ਕੰਮ ਕਰਦੇ ਸੀ। ਤੇ ਚੌਥੇ ਸੀ ਭਾਈ ਸਾਹਿਬ ਚੰਦ, ਇਹ ਬੀਦਰ ਕਰਨਾਟਕ ਦੇ ਰਹਿਣ ਵਾਲੇ ਸੀ ਤੇ ਨਾਈ ਜਾਤੀ ਨਾਲ ਸੰਬੰਧ ਰੱਖਦੇ ਸੀ। ਤੇ ਪੰਜਵੇਂ ਸੀ ਭਾਈ ਹਿੰਮਤ ਰਾਏ, ਇਹ ਜਗਨਨਾਥਪੁਰੀ ਤੋਂ ਸੀ ਜੋ ਉੜੀਸਾ ਦੇ ਵਿੱਚ ਸਥਿਤ ਹੈ ਤੇ ਚੀਵਰ ਜਾਤੀ ਨਾਲ ਸੰਬੰਧ ਰੱਖਦੇ ਸੀ। ਤਾਂ ਤੁਸੀਂ ਇਹ ਪੰਜ ਪਿਆਰੇ ਵੀ ਯਾਦ ਰੱਖਣੇ ਨੇ, ਠੀਕ ਹੈ। ਤਾਂ ਖਾਲਸਾ ਪੰਥ ਦੀ ਸਥਾਪਨਾ ਹੋ ਗਈ, ਪੰਜ ਪਿਆਰੇ ਸਥਾਪਿਤ ਕਰ ਦਿੱਤੇ ਗਏ। ਤਾਂ ਜਿਹੜੇ ਖਾਲਸਾ ਪੰਥ ਦੇ ਸਥਾਪਿਤ ਤਾਂ ਹੋ ਗਿਆ, ਬਟ ਇਸ ਦਾ ਮੁੱਖ ਸਿਧਾਂਤ ਕੀ ਸੀ? ਤਾਂ ਇਸ ਦਾ ਮੁੱਖ ਸਿਧਾਂਤ ਸੀ ਖੰਡੇ ਦੀ ਪਾਹੋਲ ਛਕਣਾ ਹੋਵੇਗਾ, ਠੀਕ ਹੈ। ਪੰਜ ਕਕਾਰ ਧਾਰਨ ਕਰਨੇ ਹੋਣਗੇ, ਜਿਵੇਂ ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ, ਠੀਕ ਹੈ। ਇੱਕ ਈਸ਼ਵਰ ਵਿੱਚ ਵਿਸ਼ਵਾਸ ਰੱਖਣਾ ਹੋਵੇਗਾ। ਪੁਰਸ਼ ਆਪਣੇ ਨਾਂ ਨਾਲ ਸਿੰਘ ਲਗਾਵੇਗਾ ਅਤੇ ਔਰਤ ਆਪਣੇ ਨਾਮ ਨਾਲ ਕੌਰ ਲਗਾਏਗੀ, ਠੀਕ ਹੈ। ਜਾਤ ਪਾਤ ਨੂੰ ਨਹੀਂ ਮੰਨਣਾ, ਕਿਸੇ ਵੀ ਤਰ੍ਹਾਂ ਦੀ ਕੋਈ ਜਾਤ ਪਾਤ ਦਾ ਭੇਦਭਾਵ ਨਹੀਂ ਹੋਵੇਗਾ ਤੇ ਨਸ਼ੇ ਤੋਂ ਦੂਰ ਰਹਿਣਾ ਹੋਵੇਗਾ, ਠੀਕ ਹੈ। ਇਹ ਕੀ ਸੀ? ਇਹ ਸਾਰੇ ਖਾਲਸਾ ਪੰਥ ਦੇ ਸਿਧਾਂਤ ਸੀ, ਠੀਕ ਹੈ। ਤਾਂ ਉਸ ਤੋਂ ਬਾਅਦ ਖਾਲਸਾ ਕਾਲ, ਜਦੋਂ ਖਾਲਸੇ ਪੰਥ ਦੀ ਸਥਾਪਨਾ ਹੋ ਗਈ ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਹੜੀਆਂ ਲੜਾਈਆਂ ਲੜੀਆਂ ਗਈਆਂ? ਤਾਂ ਇਹਨਾਂ ਤੋਂ ਸਭ ਤੋਂ ਪਹਿਲਾਂ ਉਹਨਾਂ ਨੇ ਲੜੀ ਸੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ। ਉਹ ਕਦੋਂ ਹੋਈ ਸੀ? 1721 ਈਸਵੀ ਨੂੰ, ਠੀਕ ਹੈ। 1721 ਈਸਵੀ ਨੂੰ ਪਹਿਲੀ ਲੜਾਈ ਹੋਈ ਸੀ। ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਖਾਲੀ ਕਰਨ ਲਈ ਕਿਹਾ, ਪਰ ਗੁਰੂ ਜੀ ਨੇ ਕੀ ਇਸ ਤੋਂ ਮਨਾ ਕਰ ਦਿੱਤਾ, ਠੀਕ ਹੈ। ਤਾਂ ਭੀਮ ਚੰਦ ਨੇ ਕੀ ਕੀਤਾ? ਤਾਂ ਭੀਮ ਚੰਦ ਨੇ ਅਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ। ਦੋਨਾਂ ਵਿਚਕਾਰ ਜਿਹੜੀ ਮਤਲਬ ਕਿ ਯੁੱਧ ਨਹੀਂ ਹੋਇਆ, ਇਹ ਸੰਧੀ ਨਾਲ ਇਹ ਯੁੱਧ ਖਤਮ ਹੋ ਗਿਆ ਸੀ, ਠੀਕ ਹੈ। ਬਟ ਜਿਹੜੀ ਪਹਿਲੀ ਲੜਾਈ ਸੀ ਉਹ ਕਦੋਂ ਹੋਈ ਸੀ? 1721 ਤੁਸੀਂ ਸਾਨਾ ਜ਼ਰੂਰ ਯਾਦ ਰੱਖਣਾ, ਠੀਕ ਹੈ। ਪਹਿਲੀ ਲੜਾਈ ਕਦੋਂ ਲੜੀ ਗਈ ਸੀ? 1701 ਨੂੰ, ਠੀਕ ਹੈ। ਉਸ ਤੋਂ ਬਾਅਦ ਲੜਾਈ ਗਈ ਨਿਰਮੋਹ ਦੀ ਲੜਾਈ, ਠੀਕ ਹੈ। ਨਿਰਮੋਹ, ਜਿਸ ਨੂੰ ਆਪਾਂ ਰੋਪੜ ਦੇ ਨਾਮ ਨਾਲ ਜਾਣਦੇ ਹਾਂ, ਨਿਰਮੋਹ ਦੀ ਲੜਾਈ ਇਹ ਵੀ 1701 ਨੂੰ ਹੋਈ ਸੀ, ਠੀਕ ਹੈ। ਨਿਰਮੋਹ ਦੀ ਲੜਾਈ ਤੇ ਕਿਉਂ ਹੋਈ ਸੀ? ਤਾਂ ਗੁਰੂ ਜੀ ਨਿਰਮੋਹ ਪਿੰਡ ਆਏ ਹੋਏ ਸਨ। ਭੀਮ ਚੰਦ ਦੀ ਸੈਨਾ ਨਿਰਮੋਹ ਤੇ ਹਮਲਾ ਕਰਦੀ ਹੈ। ਸਤਲੁਜ ਦਰਿਆ ਦੇ ਕੰਢੇ ਤੇ ਲੜਾਈ ਹੁੰਦੀ ਹੈ। ਮਤਲਬ ਜਿਹੜੀ ਨਿਰਮੋਹ ਦੀ ਲੜਾਈ ਸੀ ਉਹ ਕਿਸ ਦੇ ਵਿਚਕਾਰ ਹੋਈ ਸੀ? ਤਾਂ ਇਹ ਹੋਈ ਸੀ ਗੁਰੂ ਗੋਬਿੰਦ ਸਿੰਘ ਤੇ ਭੀਮ ਚੰਦ ਦੇ ਵਿਚਕਾਰ। ਤੇ ਕਿੱਥੇ ਲੜੀ ਗਈ ਸੀ? ਇਹ ਸਤਲੁਜ ਦਰਿਆ ਦੇ ਕੰਢੇ ਤੇ ਲੜੀ ਗਈ ਸੀ, ਠੀਕ ਹੈ। ਇਹ ਯਾਦ ਰੱਖੋ, ਇੰਨਾ ਕੁ ਬਹੁਤ ਹੈ, ਠੀਕ ਹੈ। ਉਸ ਤੋਂ ਬਾਅਦ ਲੜਾਈ ਹੋਈ ਸੀ ਬਸੋਲੀ ਦੀ ਲੜਾਈ, ਠੀਕ ਹੈ। ਕਦੋਂ ਹੋਈ ਸੀ? 1702 ਈਸਵੀ ਨੂੰ ਲੜਾਈ ਹੋਈ ਸੀ, ਠੀਕ ਹੈ। ਤਾਂ ਬਸੋਲੀ ਦੇ ਰਾਜੇ ਦੇ ਸੱਦੇ ਤੇ ਗੁਰੂ ਜੀ ਇੱਥੇ ਆਏ ਹੋਏ ਸਨ। ਜਦੋਂ ਬਸੋਲੀ ਦੇ ਰਾਜੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੱਦਾ ਦਿੱਤਾ ਸੀ ਤਾਂ ਉਹ ਉੱਥੇ ਪਹੁੰਚ ਕੇ ਭੀਮ ਚੰਦ ਨੇ ਆਪਣੀ ਸੈਨਾ ਨੂੰ ਕੀ ਹੈ ਬਸੋਲੀ ਦੇ ਲਈ ਹਮਲਾ ਕਰਨ ਦੇ ਲਈ ਭੇਜ ਦਿੱਤਾ ਗਿਆ, ਠੀਕ ਹੈ। ਤਾਂ ਯੁੱਧ ਦੇ ਵਿੱਚ ਭੀਮ ਚੰਦ ਦੀ ਸੈਨਾ ਹਾਰ ਜਾਂਦੀ ਹੈ ਅਤੇ ਸਿੱਖਾਂ ਨੇ ਕਲਮੋਟ ਤੇ ਕਬਜ਼ਾ ਕਰ ਲਿਆ ਸੀ, ਕਲਮੋਟ ਤੇ, ਠੀਕ ਹੈ, ਜੋ ਕਿ ਕਲਮੋਟ ਤੇ ਕਬਜ਼ਾ ਕਰ ਲਿਆ ਸੀ, ਠੀਕ ਹੈ। ਤਾਂ ਉਸ ਤੋਂ ਬਾਅਦ ਜਿਹੜੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਹੁੰਦੀ ਹੈ ਉਹ ਕਦੋਂ ਹੁੰਦੀ ਹੈ? ਤਾਂ ਉਹ ਹੁੰਦੀ ਹੈ 1704 ਈਸਵੀ ਨੂੰ, ਠੀਕ ਹੈ। ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਸਰਹੰਦ ਦੇ ਗਵਰਨਰ ਵਜ਼ੀਰ ਖਾਂ ਦੀ ਅਗਵਾਈ ਵਾਲੀ ਮੁਗਲ ਸੈਨਾ ਨੇ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਲਿਆ ਸੀ, ਠੀਕ ਹੈ। ਸਰਹੰਦ ਦਾ ਗਵਰਨਰ ਕੌਣ ਸੀ? ਵਜ਼ੀਰ ਖਾਨ ਸੀ ਉਸ ਟਾਈਮ, ਠੀਕ ਹੈ। ਤਾਂ ਉਸ ਦੀ ਅਗਵਾਈ ਦੇ ਵਿੱਚ ਇਹ ਲੜਾਈ ਲੜੀ ਗਈ ਸੀ ਮੁਗਲ ਸੈਨਾ ਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ, ਠੀਕ ਹੈ। ਉਸ ਟਾਈਮ ਕੀ ਸੀ? ਇਸੇ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਦੇ ਵਿੱਚ ਜਿਹੜੇ 40 ਸਿੱਖ ਸੀ ਗੁਰੂ ਗੋਬਿੰਦ ਸਿੰਘ ਜੀ ਦੇ, ਉਹ ਬੇਦਵਾ ਦੇ ਕੇ ਕਿਲੇ ਨੂੰ ਛੱਡ ਕੇ ਚਲੇ ਜਾਂਦੇ ਨੇ। ਜਿਹੜੇ ਟੋਟਲ 40 ਜਿਨ੍ਹਾਂ ਨੂੰ ਆਪਾਂ ਅੱਗੇ ਜਾ ਕੇ ਮੁਕਤਿਆਂ ਦਾ ਨਾਮ ਵੀ ਦਿੰਦੇ ਹਾਂ, ਠੀਕ ਹੈ। ਤਾਂ ਉਹ ਅੱਗੇ ਜਾ ਕੇ ਵਾਪਸ ਵੀ ਆ ਜਾਂਦੇ ਨੇ, ਠੀਕ ਹੈ। ਤਾਂ ਉਹ ਬੇਦਵਾ ਦੇ ਕੇ ਕਿਲੇ ਨੂੰ ਛੱਡ ਕੇ ਚਲੇ ਜਾਂਦੇ ਨੇ, ਠੀਕ ਹੈ। ਉਸ ਤੋਂ ਬਾਅਦ ਲੜਾਈ ਹੁੰਦੀ ਹੈ ਸਿਰਸਾ ਦੀ ਲੜਾਈ, ਸ਼ਾਹ ਟਿੱਬੀ ਦੀ ਲੜਾਈ ਵੀ ਕਹਿ ਦਿੰਦੇ ਆ ਜਿਸ ਨੂੰ, ਠੀਕ ਹੈ। ਇਹ ਕਦੋਂ ਹੁੰਦੀ ਹੈ? ਤਾਂ ਇਹ 1704 ਈਸਵੀ ਨੂੰ ਹੁੰਦੀ ਹੈ, ਠੀਕ ਹੈ। ਤਾਂ ਇਹ ਜਿਹੜੀ ਸਿਰਸਾ ਨਦੀ ਦੇ ਕਿਨਾਰੇ ਮੁਗਲਾਂ ਅਤੇ ਸਿੱਖਾਂ ਦੇ ਵਿਚਕਾਰ ਲੜਾਈ ਲੜੀ ਜਾਂਦੀ ਹੈ। ਮੁਗਲ ਸੈਨਾ ਦੇ ਵਿਚਕਾਰ ਲੜਾਈ ਸ਼ੁਰੂ ਹੋ ਜਾਂਦੀ ਹੈ ਸਿੱਖਾਂ ਤੇ ਮੁਗਲਾਂ ਦੀ, ਠੀਕ ਹੈ। ਇਸ ਦੇ ਵਿੱਚ ਕੌਣ ਸ਼ਹੀਦ ਹੁੰਦਾ ਹੈ? ਭਾਈ ਜੀਵਨ ਅਤੇ ਉਦੇ ਸਿੰਘ, ਜਿਹੜੇ ਉਹਨਾਂ ਦੇ ਖਾਸ ਚੇਲੇ ਸੀ ਉਹ ਭਾਈ ਜੀਵਨ ਤੇ ਉਦੇ ਸਿੰਘ ਸ਼ਹੀਦ ਹੋ ਜਾਂਦੇ ਨੇ। ਇਸੇ ਲੜਾਈ ਦੇ ਦੌਰਾਨ ਹੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਪਰਿਵਾਰ ਹੈ ਉਹ ਸਾਰਾ ਵਿਛੜ ਜਾਂਦਾ ਹੈ, ਠੀਕ ਹੈ। ਮਾਤਾ ਗੁਜਰੀ ਅਤੇ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਉਹ ਉਹਨਾਂ ਨੂੰ ਮੁਗਲ ਫੜ ਲੈਂਦੇ ਨੇ, ਠੀਕ ਹੈ। ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਜਾਂਦਾ, ਠੀਕ ਹੈ। ਗੁਰੂ ਜੀ ਹੋ ਗਏ ਤੇ ਪੰਜ ਪਿਆਰੇ ਹੋ ਗਏ, ਅਜੀਤ ਸਿੰਘ ਤੇ ਉਹਨਾਂ ਦੇ ਜਿਹੜੇ ਦੋ ਵੱਡੇ ਪੁੱਤਰ ਸੀ ਜੁਝਾਰ ਤੇ ਅਜੀਤ ਸਿੰਘ, ਉਹ ਚਮਕੌਰ ਚਲੇ ਜਾਂਦੇ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਵਜ਼ੀਰ ਖਾਂ ਜਿਹੜਾ ਇਸਲਾਮ ਨਾ ਕਬੂਲਣ ਕਰਕੇ ਜਿਹੜੇ ਦੋਨੋਂ ਛੋਟੇ ਸਾਹਿਬਜ਼ਾਦੇ ਨੇ, ਕਿਹੜੇ ਸੀ ਉਹ? ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਉਹਨਾਂ ਨੂੰ ਕਿ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਜਾਂਦਾ ਹੈ, ਜਿਸ ਕਾਰਨ ਉਹ ਸ਼ਹੀਦ ਹੋ ਜਾਂਦੇ ਨੇ, ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਹੈ? ਉਸ ਤੋਂ ਬਾਅਦ ਹੁੰਦੀ ਹੈ ਲੜਾਈ ਚਮਕੌਰ ਦੀ, ਠੀਕ ਹੈ। ਚਮਕੌਰ ਚਲੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੇ ਦੋਵੇਂ ਪੁੱਤਰਾਂ ਨਾਲ ਤੇ ਪੰਜ ਪਿਆਰਿਆਂ ਨਾਲ। ਤਾਂ ਇਹ ਜਿਹੜੀ ਚਮਕੌਰ ਦੀ ਲੜਾਈ ਹੈ ਉਹ ਕਦੋਂ ਹੁੰਦੀ ਹੈ? 1705 ਈਸਵੀ ਨੂੰ ਹੁੰਦੀ ਹੈ, ਠੀਕ ਹੈ। ਤਾਂ ਗੁਰੂ ਜੀ 40 ਸਿੱਖ ਅਤੇ ਦੋਨੋਂ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਸਾਹਿਬ ਪਹੁੰਚਦੇ ਨੇ, ਠੀਕ ਹੈ। 40 ਸਿੱਖ ਅਤੇ ਦੋਨੋਂ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਸਾਹਿਬ ਪਹੁੰਚਦੇ ਨੇ ਅਤੇ ਗੜੀ ਵਿੱਚ ਸ਼ਰਨ ਲੈਂਦੇ ਨੇ, ਠੀਕ ਹੈ। ਤਾਂ ਮੁਗਲ ਸੈਨਾ ਗੜੀ ਨੂੰ ਘੇਰਾ ਪਾ ਲੈਂਦੀ ਹੈ।
ਤਾਂ ਦੋਨੋਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਵੀ ਇਸ ਚਮਕੌਰ ਦੀ ਲੜਾਈ ਦੇ ਵਿੱਚ ਕੀ ਹੈ ਸ਼ਹੀਦ ਹੋ ਜਾਂਦੇ ਨੇ। ਠੀਕ ਹੈ, ਤਾਂ ਸਿਰਫ 5 ਸਿੱਖ ਬਚਦੇ ਨੇ ਅਤੇ ਉਹਨਾਂ ਦੇ ਕਹਿਣ ਤੇ ਗੁਰੂ ਜੀ ਗੜੀ ਨੂੰ ਛੱਡ ਕੇ ਚਲੇ ਜਾਂਦੇ ਨੇ। ਮਤਲਬ ਕਿ ਉਹਨਾਂ ਦੇ ਜਿਹੜੇ ਦੋਨੋਂ ਪੁੱਤਰ ਸੀ ਉਹ ਚਮਕੌਰ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤੇ ਜਿਹੜੇ 5 ਸਿੱਖ ਪਿਆਰੇ ਸੀ ਉਹਨਾਂ ਦੇ ਕਹਿਣ ਤੇ ਉਹ ਗੁਰੂ ਜੀ ਜਿਹੜੀ ਗੜੀ ਚਮਕੌਰ ਦੀ ਗੜੀ ਸੀ ਉਸ ਨੂੰ ਛੱਡ ਕੇ ਚਲੇ ਜਾਂਦੇ ਨੇ। ਉਸ ਤੋਂ ਬਾਅਦ ਉਹ ਕੀ ਹੈ ਗੜੀ ਨੂੰ ਛੱਡ ਕੇ ਜਾਣ ਤੋਂ ਬਾਅਦ ਉਹ ਮਾਛੀਵਾੜੇ ਜਾ ਕੇ ਆਪਣੀ ਸ਼ਰਨ ਲੈਂਦੇ ਨੇ। ਤਾਂ ਮਾਛੀਵਾੜੇ ਦੇ ਚਮਕੌਰ ਦੀ ਲੜਾਈ ਤੋਂ ਬਾਅਦ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚਦੇ ਨੇ। ਠੀਕ ਹੈ, ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚਦੇ ਨੇ। ਦੋ ਮੁਸਲਿਮ ਭਰਾ ਹੋ ਗਏ ਨਬੀ ਖਾਨ ਅਤੇ ਗਨੀ ਖਾਨ ਗੁਰੂ ਜੀ ਨੂੰ ਮੁਗਲਾਂ ਤੋਂ ਬਚਾਉਂਦੇ ਨੇ। ਠੀਕ ਹੈ, ਨਬੀ ਖਾਨ ਤੇ ਗਨੀ ਖਾਨ ਨੇ ਕੀ ਨੇ ਉਹ ਮੁਗਲਾਂ ਤੋਂ ਬਚਾਉਂਦੇ ਨੇ। ਦੀਨਾ ਨਾਮਕ ਸਥਾਨ ਤੇ ਗੁਰੂ ਜੀ ਫਾਰਸੀ ਭਾਸ਼ਾ ਵਿੱਚ ਔਰੰਗਜ਼ੇਬ ਦੇ ਲਈ ਇੱਕ ਚਿੱਠੀ ਲਿਖਦੇ ਨੇ, ਜਫਰਨਾਮਾ ਕਹਿ ਦਿੰਦੇ ਆ ਜਿਸ ਨੂੰ ਆਪਾਂ। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਉਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਹਾਂ ਖਿਦਰਾਣੇ ਦੀ ਲੜਾਈ। ਖਿਦਰਾਣੇ ਦੀ ਲੜਾਈ ਕਦੋਂ ਹੁੰਦੀ ਹੈ ਤਾਂ ਉਹ ਹੁੰਦੀ ਹੈ 29 ਦਸੰਬਰ 1705 ਈਸਵੀ ਨੂੰ। ਖਿਦਰਾਣੇ ਦੀ ਲੜਾਈ ਕਦੋਂ ਹੁੰਦੀ ਹੈ 29 ਦਸੰਬਰ 1705 ਈਸਵੀ ਨੂੰ ਹੁੰਦੀ ਹੈ। ਤਾਂ ਇਸ ਦੇ ਵਿੱਚ ਇਹ ਜਿਹੜੀ ਖਿਦਰਾਣੇ ਦੀ ਲੜਾਈ ਹੈ ਉਹ ਗੁਰੂ ਜੀ ਦੀ ਆਖਰੀ ਲੜਾਈ ਸੀ। ਠੀਕ ਹੈ, ਤਾਂ ਇਸ ਦੇ ਵਿੱਚ ਕੀ ਹੈ ਵਜ਼ੀਰ ਖਾਨ ਦੀ ਸੈਨਾ ਗੁਰੂ ਜੀ ਦਾ ਪਿੱਛਾ ਕਰਕੇ ਇੱਥੇ ਪਹੁੰਚ ਜਾਂਦੀ ਹੈ। ਠੀਕ ਹੈ, 40 ਸਿੱਖ ਨੇ ਜੋ ਅਨੰਦਪੁਰ ਸਾਹਿਬ ਦੀ ਲੜਾਈ ਦੇ ਵਿੱਚ ਬੇਦਵਾ ਦੇ ਕੇ ਸਾਥ ਛੱਡ ਗਏ ਸੀ ਉਹ ਇੱਥੇ ਗੁਰੂ ਜੀ ਦੀ ਸਾਥ ਦੇਣ ਲਈ ਆ ਜਾਂਦੇ ਨੇ। ਮਤਲਬ ਕਿ ਇਹ ਖਿਦਰਾਣੇ ਜਿਹੜੀ ਲੜਾਈ ਉਸ ਦੇ ਵਿੱਚ ਬੇਦਵਾ ਦੇ ਕੇ ਗਏ ਹੋਏ ਸੀ ਉਹ ਇਸ ਲੜਾਈ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਠੀਕ ਹੈ, ਉਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਤਾਂ ਉਸ ਤੋਂ ਬਾਅਦ ਅੱਗੇ ਦੇਖਦੇ ਆਪਾਂ ਇਹਨਾਂ 40 ਸਿੱਖਾਂ ਦਾ ਜੱਥਾ ਜਿਹੜਾ ਉਹ ਮਹਾਂ ਸਿੰਘ ਦੀ ਅਗਵਾਈ ਦੇ ਵਿੱਚ ਲੜਦਾ ਹੈ। ਠੀਕ ਹੈ, ਇਸ ਦੀ ਅਗਵਾਈ ਕੌਣ ਕਰ ਰਿਹਾ ਸੀ ਤਾਂ ਇਸ ਦੀ ਅਗਵਾਈ ਮਹਾਂ ਸਿੰਘ ਕਰ ਰਿਹਾ ਸੀ। ਠੀਕ ਹੈ, 40 ਮੁਕਤਿਆਂ ਕਰਕੇ ਹੀ ਖਿਦਰਾਣੇ ਦਾ ਨਾਮ ਮੁਕਤਸਰ ਪਿਆ ਸੀ। ਮਤਲਬ ਕਿ ਜਿਹੜਾ ਖਿਦਰਾਣੇ ਦਾ ਨਾਮ ਸੀ ਉਹ ਮੁਕਤਸਰ ਕਿਉਂ ਪਿਆ ਸੀ ਜਦੋਂ 40 ਮੁਕਤੇ ਜਿਹੜੇ ਬੇਦਵਾ ਦੇ ਕੇ ਚਲੇ ਗਏ ਸੀ ਉਹ ਇਸ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਰਹੇ ਸੀ। ਠੀਕ ਹੈ, ਮਾਈ ਭਾਗੋ ਵੀ ਇਸ ਯੁੱਧ ਦੇ ਵਿੱਚ ਗੁਰੂ ਜੀ ਦਾ ਸਾਥ ਦਿੰਦੀ ਹੈ। ਠੀਕ ਹੈ, ਇਸ ਲੜਾਈ ਤੋਂ ਬਾਅਦ ਗੁਰੂ ਜੀ ਤਲਵੰਡੀ ਸਾਬੋ ਚਲੇ ਜਾਂਦੇ ਨੇ। ਠੀਕ ਹੈ, ਤਲਵੰਡੀ ਸਾਬੋ ਤੋਂ ਬਾਅਦ ਉਹ ਦਮਦਮਾ ਸਾਹਿਬ ਜਾਂਦੇ ਨੇ, ਗੁਰੂ ਕੀ ਕਾਸ਼ੀ ਚਲੇ ਜਾਂਦੇ ਨੇ। ਠੀਕ ਹੈ, ਤਲਵੰਡੀ ਸਾਬੋ ਦੇ ਵਿੱਚ 9 ਮਹੀਨੇ ਰਹਿੰਦੇ ਨੇ, ਦਸਮ ਗ੍ਰੰਥ ਦੀ ਰਚਨਾ ਕਰਦੇ ਨੇ। ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਨੂੰ ਆਪਾਂ ਦਸਮ ਗ੍ਰੰਥ ਉਸ ਦੀ ਰਚਨਾ ਕਰਦੇ ਨੇ। ਠੀਕ ਹੈ, ਤਾਂ 1707 ਦੇ ਵਿੱਚ ਔਰੰਗਜ਼ੇਬ ਨੂੰ ਮਿਲਣ ਦੇ ਲਈ ਨਿਕਲਦੇ ਨੇ ਉਹ। 1707 ਦੇ ਵਿੱਚ ਕੀ ਜਦੋਂ ਔਰੰਗਜ਼ੇਬ ਦੇ ਜ਼ੁਲਮ ਕਾਫੀ ਵੱਧ ਜਾਂਦੇ ਉਹਨਾਂ ਨੂੰ ਮਿਲਣ ਦੀ ਜਾਂਦੇ ਨੇ ਬਟ ਰਸਤੇ ਵਿੱਚ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਕੀ ਨੇ ਉਹ ਵਾਪਸ ਆ ਜਾਂਦੇ ਨੇ। ਠੀਕ ਹੈ, ਤਾਂ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸਦੇ ਜਿਹੜੇ ਪੁੱਤਰ ਸੀ ਉਹ ਗੱਦੀ ਨੂੰ ਲੈ ਕੇ ਲੜਾਈ ਹੁੰਦੀ ਉਹਨਾਂ ਦੇ ਵਿਚਕਾਰ। ਗੁਰੂ ਜੀ ਔਰੰਗਜ਼ੇਬ ਦੇ ਸਭ ਤੋਂ ਵੱਡੇ ਪੁੱਤਰ ਬਹਾਦਰ ਸ਼ਾਹ ਲਈ ਜੱਥਾ ਭੇਜਦਾ ਹੈ। ਠੀਕ ਹੈ, 8 ਜੂਨ 1707 ਨੂੰ ਜੰਜਾਓ ਦੀ ਲੜਾਈ ਹੁੰਦੀ ਹੈ। ਠੀਕ ਹੈ, ਕਦੋਂ ਜੰਜਾਓ ਦੀ ਲੜਾਈ ਕਦੋਂ ਹੁੰਦੀ ਹੈ 8 ਜੂਨ 1707 ਨੂੰ। ਠੀਕ ਹੈ, ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ ਜਿਹੜਾ ਗੁਰੂ ਜੀ ਉਹਦਾ ਔਰੰਗਜ਼ੇਬ ਦਾ ਪੁੱਤਰ ਤਾਂ ਉਹ ਉਸਦਾ ਰਾਜਾ ਬਣਦਾ ਹੈ। ਠੀਕ ਹੈ, ਤਾਂ ਗੁਰੂ ਜੀ ਅਤੇ ਬਹਾਦਰ ਸ਼ਾਹ ਦੇ ਵਿਚਕਾਰ ਆਗਰੇ ਦੇ ਵਿੱਚ ਮੁਲਾਕਾਤ ਹੁੰਦੀ ਹੈ। ਠੀਕ ਹੈ, ਕਦੋਂ ਕਿੱਥੇ ਮੁਲਾਕਾਤ ਹੁੰਦੀ ਹੈ ਆਗਰੇ ਦੇ ਵਿੱਚ ਕਿਸ ਦੀ ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ। ਠੀਕ ਹੈ, ਤਾਂ ਪਰ ਬਹਾਦਰ ਸ਼ਾਹ ਵਜ਼ੀਰ ਖਾਨ ਤੋਂ ਕੋਈ ਕਾਰਵਾਈ ਨਹੀਂ ਕਰਦਾ। ਠੀਕ ਹੈ, ਗੁਰੂ ਜੀ ਦੱਖਣ ਵੱਲ ਗਏ ਅਤੇ ਨਾਂਦੇੜ ਪਹੁੰਚ ਜਾਂਦੇ ਨੇ। ਠੀਕ ਹੈ, ਨਾਂਦੇੜ ਪਹੁੰਚ ਜਾਂਦੇ ਨੇ। ਠੀਕ ਹੈ, ਅਤੇ ਉੱਥੇ ਮਾਧੋ ਦਾਸ ਬੈਰਾਗੀ ਨਾਲ ਮੁਲਾਕਾਤ ਹੁੰਦੀ ਹੈ ਤੇ ਉਸ ਨੂੰ ਬੰਦਾ ਬਹਾਦਰ ਬਣਾ ਕੇ ਪੰਜਾਬ ਭੇਜਦਾ। ਤਾਂ ਬੰਦਾ ਬਹਾਦਰ ਪੁਰਾਣਾ ਨਾਮ ਕੀ ਸੀ ਮਾਧੋ ਦਾਸ ਬੈਰਾਗੀ। ਠੀਕ ਹੈ, ਉੱਥੇ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਤੇ ਉਸ ਦਾ ਨਾਮ ਕੀ ਹੈ ਬੰਦਾ ਬਹਾਦਰ ਰੱਖ ਦਿੱਤਾ ਜਾਂਦਾ ਹੈ। ਠੀਕ ਹੈ, ਨਾਂਦੇੜ ਦੇ ਵਿੱਚ 2 ਪਠਾਨ ਗੁਰੂ ਜੀ ਨੂੰ ਚਾਕੂ ਮਾਰ ਦਿੰਦੇ ਨੇ। ਠੀਕ ਹੈ, ਤਾਂ 7 ਅਕਤੂਬਰ 1708 ਈਸਵੀ ਨੂੰ ਗੁਰੂ ਜੀ ਜੋਤੀ ਜੋਤ ਸਮਾ ਜਾਂਦੇ ਨੇ। ਠੀਕ ਹੈ, ਤਾਂ ਕਦੋਂ ਜੋਤੀ ਸਮਾਉਂਦੇ ਨੇ 7 ਅਕਤੂਬਰ 1708 ਈਸਵੀ ਨੂੰ। ਠੀਕ ਹੈ, ਉੱਥੇ ਹੁਣ ਅੱਜ ਕੱਲ੍ਹ ਕੀ ਬਣਿਆ ਹੈ ਤਾਂ ਗੁਰਦੁਆਰਾ ਹਜੂਰ ਸਾਹਿਬ ਨਾਂਦੇੜ ਦੇ ਵਿੱਚ ਬਣਿਆ ਹੋਇਆ ਉਹਨਾਂ ਦੀ ਯਾਦ ਦੇ ਵਿੱਚ। ਠੀਕ ਹੈ, ਤਾਂ ਉਹਨਾਂ ਦੁਆਰਾ ਰਚਨਾਵਾਂ ਕਿਹੜੀਆਂ ਕੀਤੀਆਂ ਗਈਆਂ ਨੇ ਤਾਂ ਆਪਾਂ ਇਹ ਵੀ ਦੇਖ ਲੈਂਦੇ ਹਾਂ। ਤਾਂ ਪਹਿਲੀ ਰਚਨਾ ਸੀ ਵਾਰ ਸ਼੍ਰੀ ਭਗਉਤੀ ਜੀ ਕੀ ਜਿਹੜੀ ਹੈ ਇੰਪੋਰਟੈਂਟ ਨੇ ਆਪਾਂ ਉਹੀ ਕਵਰ ਕਰ ਜਿਹੜੇ ਐਗਜ਼ਾਮ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਨੇ। ਠੀਕ ਹੈ, ਦਸਮ ਗ੍ਰੰਥ ਉਹਨਾਂ ਦੀ ਰਚਨਾ ਹੈ। ਠੀਕ ਹੈ, ਜਾਪ ਸਾਹਿਬ ਹੋ ਗਿਆ, ਚੰਡੀ ਦੀ ਵਾਰ, ਜਫਰਨਾਮਾ, ਬਸਿੱਤਰ ਨਾਟਕ, ਅਕਾਲ ਉਸਤਤ, ਚੰਡੀ ਚਰਿੱਤਰ, ਗਿਆਨ ਪ੍ਰਬੋਧ, 24 ਅਵਤਾਰ, ਖਾਲਸੇ ਦੀ ਮਹਿਮਾ ਤੇ ਸਵੇ। ਤਾਂ ਇਹ ਸਾਰੀਆਂ ਕੀ ਨੇ ਗੁਰੂ ਜੀ ਦੀਆਂ ਇੰਪੋਰਟੈਂਟ ਰਚਨਾਵਾਂ ਨੇ ਤਾਂ ਤੁਸੀਂ ਇਹ ਸਾਰੀਆਂ ਯਾਦ ਰੱਖਣੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਜਫਰਨਾਮਾ ਲਿਖਿਆ ਸੀ ਉਸ ਦੇ ਵਿੱਚ ਕੀ ਕੁਛ ਸੀ ਤਾਂ ਇਹ ਕਿੱਥੇ ਲਿਖਿਆ ਸੀ ਤਾਂ ਦੀਨਾ ਨਾਮਕ ਸਥਾਨ ਤੇ ਲਿਖਿਆ ਗਿਆ ਸੀ ਜਫਰਨਾਮਾ। ਠੀਕ ਹੈ, ਇਹ ਕੀ ਹੈ ਇਹ ਦਸਮ ਗ੍ਰੰਥ ਦਾ ਭਾਗ ਹੈ। ਠੀਕ ਹੈ, ਇਸ ਦਾ ਅਰਥ ਕੀ ਹੈ ਇਸ ਦਾ ਅਰਥ ਹੈ ਜਿੱਤ ਦਾ ਪੱਤਰ। ਠੀਕ ਹੈ, ਜੋ ਕੀ ਸੀ ਔਰੰਗਜ਼ੇਬ ਦੇ ਲਈ ਭੇਜਿਆ ਗਿਆ ਸੀ। ਠੀਕ ਹੈ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਹ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਫਾਰਸੀ ਭਾਸ਼ਾ ਦੇ ਵਿੱਚ। ਠੀਕ ਹੈ, ਲਿਪੀ ਕਿਹੜੀ ਹੈ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਗਿਆ ਸੀ। ਠੀਕ ਹੈ, ਟੋਟਲ ਕਿੰਨੇ ਪਦ ਨੇ 111 ਪਦ ਨੇ। ਠੀਕ ਹੈ, ਤਾਂ ਗੁਰੂ ਜੀ ਨੇ ਲਿਖਿਆ ਸੀ ਚਮਕੌਰ ਦੇ ਯੁੱਧ ਤੋਂ ਬਾਅਦ ਜਦੋਂ ਚਮਕੌਰ ਦੀ ਗੜੀ ਦਾ ਯੁੱਧ ਹੋਇਆ ਸੀ ਉਸ ਤੋਂ ਬਾਅਦ ਇਹ ਗੁਰੂ ਜੀ ਨੇ ਔਰੰਗਜ਼ੇਬ ਦੇ ਲਈ ਲਿਖਿਆ ਸੀ। ਠੀਕ ਹੈ, ਨਾਇਬ ਸੂਬੇ ਨੂੰ ਲੈ ਕੇ ਕੌਣ ਗਿਆ ਸੀ ਨਾਇਬ ਸੂਬੇਦਾਰ ਹਾਜ਼ੀ ਸਰਦਾਰ ਸ਼ਾਹ ਦੀ ਮਦਦ ਨਾਲ ਭਾਈ ਦਇਆ ਸਿੰਘ
ਧਰਮ ਸਿੰਘ ਸਬਲ ਸਿੰਘ ਲੈ ਕੇ ਗਏ ਸੀ ਅਤੇ ਇਸ ਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ ਸੀ। ਠੀਕ ਹੈ, ਤਾਂ ਤੁਸੀਂ ਜਫਰਨਾਮੇ ਦੇ ਰਿਲੇਟਡ ਆਹੀ ਕੁਐਸਚਨ ਯਾਦ ਰੱਖਣੇ ਨੇ, ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ। ਠੀਕ ਹੈ, ਤਾਂ ਉਸ ਤੋਂ ਬਾਅਦ ਜਿਹੜੇ ਚੰਡੀ ਦੀ ਵਾਰ ਉਹਨਾਂ ਨੇ ਲਿਖੀ ਸੀ ਉਸਦੇ ਉਹ ਆਪਾਂ ਉਸ ਦੇ ਬਾਰੇ ਕੁਝ ਕਰ ਲੈਂਦੇ ਹਾਂ। ਤਾਂ ਜਿਹੜਾ ਚੰਡੀ ਦੀ ਵਾਰ ਸੀ ਉਹ 10ਵੇਂ ਗ੍ਰੰਥ ਦੇ ਕਿਹੜੇ ਅਧਿਆਏ ਦੇ ਵਿੱਚ ਹੈ? 10ਵੇਂ ਅਧਿਆਏ ਦੇ ਵਿੱਚ ਸਥਿਤ ਹੈ। ਠੀਕ ਹੈ, ਚੰਡੀ ਦੀ ਵਾਰ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਠੀਕ ਹੈ, ਇਸ ਦੇ ਵਿੱਚ ਟੋਟਲ 54 ਪੌੜੀਆਂ ਨੇ ਤੇ ਇੱਕ ਦੋਹਰਾ ਹੈ। ਠੀਕ ਹੈ, ਇਹ ਮਾਰਕੰਡੇ ਪੁਰਾਣ ਅਤੇ ਦੁਰਗਾ ਸਪਤਸਤੀ ਮਾਰਕੰਡੇ ਪੁਰਾਣ ਤੇ ਦੁਰਗਾ ਸਪਤਸਤੀ ਦਰਜ ਦੇਵਤਿਆਂ ਅਤੇ ਦੈਤਾਂ ਦੇ ਯੁੱਧ ਨਾਲ ਜੁੜੀਆਂ ਕੁਝ ਘਟਨਾਵਾਂ ਨੂੰ ਆਧਾਰ ਬਣਾ ਕੇ ਲਿਖੀ ਇੱਕ ਵੀਰ ਰਸੀ ਸ਼ਾਹਕਾਰ ਹੈ। ਠੀਕ ਹੈ, ਤਾਂ ਇਸ ਵਿੱਚ ਚੰਡੀ ਦੇਵੀ ਨੂੰ ਭਗਉਤੀ ਦੇ ਰੂਪ ਵਿੱਚ ਦੈਤਾਂ ਦਾ ਨਾਸ਼ ਕਰਨ ਵਾਲੀ ਦੇਵੀ ਸ਼ਕਤੀ ਵਜੋਂ ਰੂਪਾਂਤਰਿਤ ਕੀਤਾ ਗਿਆ ਹੈ। ਠੀਕ ਹੈ, ਇਸ ਰਚਨਾ ਜਿਹੜਾ ਮੁੱਖ ਉਦੇਸ਼ ਕੀ ਸੀ? ਮੁਸਲਿਮ ਫੌਜਾਂ ਦੀ ਵੱਡੀ ਗਿਣਤੀ ਦੇਖ ਕੇ ਸਹਿਮੀ ਹੋਈ ਸਿੱਖ ਫੌਜ ਦਾ ਹੌਸਲਾ ਵਧਾਉਣਾ ਸੀ। ਠੀਕ ਹੈ, ਤਾਂ ਇਹ ਰਚਨਾ ਦਾ ਨਤੀਜਾ ਕੀ ਨਿਕਲਿਆ? ਤਾਂ ਇਸ ਰਚਨਾ ਦਾ ਨਤੀਜਾ ਨਿਕਲਿਆ ਸਿੱਖ ਫੌਜਾਂ ਨੇ ਮੁਸਲਿਮ ਫੌਜਾਂ ਨਾਲ ਬਿਨਾਂ ਡਰੇ ਡਟ ਕੇ ਯੁੱਧ ਕੀਤੇ। ਠੀਕ ਹੈ, ਤਾਂ ਚੰਡੀ ਦੀ ਵਾਰ ਲਿਖਣ ਦਾ ਕਾਫੀ ਇੰਪੋਰਟੈਂਟ ਕਾਰਨ ਰਿਹਾ, ਤਾਂ ਤੁਸੀਂ ਇਹ ਸਾਰਾ ਹੀ ਯਾਦ ਰੱਖਣਾ ਹੈ। ਤਾਂ ਉਸ ਤੋਂ ਬਾਅਦ ਆਪਾਂ ਕੁਝ ਵਨ ਲਾਈਨਰ ਕੁਐਸਚਨ ਦੇਖ ਲੈਂਦੇ ਹਾਂ। ਠੀਕ ਹੈ, ਗੁਰੂ ਗੋਬਿੰਦ ਸਿੰਘ ਦੇ ਨਗਾਰੇ ਦਾ ਕੀ ਨਾਮ ਸੀ? ਤਾਂ ਗੁਰੂ ਗੋਬਿੰਦ ਸਿੰਘ ਜਿਹੜਾ ਨਗਾਰੇ ਦਾ ਨਾਮ ਸੀ ਰਣਜੀਤ ਨਗਾਰਾ। ਇਹ ਯਾਦ ਰੱਖਣਾ ਹੈ, ਕਾਫੀ ਇੰਪੋਰਟੈਂਟ ਹੈ। ਠੀਕ ਹੈ, ਗੁਰੂ ਗੋਬਿੰਦ ਸਿੰਘ ਜਿਹੜੀ ਦਸਤਾਰਬੰਦੀ ਹੋਈ ਸੀ ਉਹ ਕਿਹੜੇ ਸਥਾਨ ਤੇ ਹੋਈ ਸੀ? ਤਾਂ ਉਹ ਹੋਈ ਸੀ ਲਖਨੌਰ ਦੇ ਵਿੱਚ 1671 ਨੂੰ। ਇਹ ਵੀ ਯਾਦ ਰੱਖਣਾ ਹੈ। ਠੀਕ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਕਿਸ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ? ਤਾਂ ਅਰਬੀ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ, ਕਾਫੀ ਇੰਪੋਰਟੈਂਟ ਹੈ। ਤਾਂ ਕਿਹੜੀ ਰਚਨਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਰਸ਼ਨ ਦਾ ਪਤਾ ਲੱਗਦਾ ਹੈ? ਤਾਂ ਬਚਿੱਤਰ ਨਾਟਕ ਦੇ ਵਿੱਚ ਉਹਨਾਂ ਦੀ ਸਾਰੀ ਜੀਵਨੀ ਦਾ ਪਤਾ ਲੱਗਦਾ ਹੈ। ਠੀਕ ਹੈ, ਦੇ ਸ਼ਿਵਾ ਬਰਮੋਹੇ ਸ਼ੁਭ ਕਰਮਨ ਤੋਂ ਕਭੂ ਨਾ ਟਰੂੰ ਕਿਸ ਗੁਰੂ ਦੇ ਸ਼ਬਦ ਹਨ? ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ ਗਏ ਸ਼ਬਦ ਨੇ। ਠੀਕ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਹੜੀ ਰਚਨਾ ਦੇ ਵਿੱਚ ਮਹਾਰਿਸ਼ੀ ਵਾਲਮੀਕੀ ਅਤੇ ਕਾਲੀਦਾਸ ਦਾ ਜ਼ਿਕਰ ਕੀਤਾ ਹੈ? ਤਾਂ ਬ੍ਰਹਮਾ ਅਵਤਾਰ ਦੇ ਵਿੱਚ ਮਹਾਰਿਸ਼ੀ ਅਤੇ ਵਾਲਮੀਕੀ ਅਤੇ ਕਾਲੀਦਾਸ ਦਾ ਜ਼ਿਕਰ ਕੀਤਾ ਹੈ। ਤਾਂ ਦੋਸਤੋ ਅੱਜ ਦੀ ਕਲਾਸ ਦੇ ਜਿਹੜੇ ਆਪਣੀ ਪੂਰੀ ਥਿਊਰੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਰਿਲੇਟਡ ਉਹ ਆਪਾਂ ਸਾਰੀ ਕਵਰ ਚੁੱਕੇ ਹਾਂ। ਹੋਪ ਸੋ ਤੁਹਾਨੂੰ ਇਹ ਸਾਰੀ ਥਿਊਰੀ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ। ਠੀਕ ਹੈ, ਅਗਲੀ ਕਲਾਸ ਦੇ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ MCQs ਕੁਐਸਚਨਸ ਬਣਦੇ ਨੇ ਉਹ ਆਪਾਂ ਸਾਰੇ ਹੀ ਕਵਰ ਕਰਾਂਗੇ। ਠੀਕ ਹੈ ਦੋਸਤੋ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।